ਤੇ ਇਹ ਕਹਾਣੀ ਜੋ ਅੱਜ ਦੀ ਮੈਂ ਸਾਂਝੀ ਕਰਨ ਲੱਗੀ ਹਾਂ, ਹਰ ਉਸ ਬੰਦੇ ਦੇ ਨਾਲ ਜ਼ਰੂਰ ਸੰਬੰਧਿਤ ਹੈ ਜਿਸਨੇ ਕਦੇ ਮਰਨਾ। ਅੱਜ ਕਹਾਣੀ ਦੱਸਣ ਲੱਗੇ ਬਹੁਤ ਨੇਕ ਇਨਸਾਨ ਦੀ, ਜਿਸਨੇ ਸਾਰੀ ਜ਼ਿੰਦਗੀ ਬਹੁਤ ਨਿੱਠ ਕੇ ਕੰਮ ਕੀਤਾ, ਨਾ ਸਿਰਫ ਆਪਣਾ ਬਲਕਿ ਜਿਹੜੇ ਹੋਰ ਸਾਥੀ ਜੋ ਦਫ਼ਤਰ ਵਿੱਚ ਨਹੀਂ ਸੀ ਕੰਮ ਕਰ ਸਕਦੇ ਕਿਸੇ ਵੀ ਕਾਰਨ, ਉਹ ਵੀ ਆਪਣਾ ਕੰਮ ਉਹਨੂੰ ਹੀ ਦੇ ਦਿੰਦੇ। ਤੇ ਕਰਨੀ ਰੱਬ ਦੀ ਕਿ ਲਗਭਗ 2 ਹੀ ਮਹੀਨੇ ਹੋਏ ਸਨ ਰਿਟਾਇਰਮੈਂਟ ਹੁੰਦੇ ਦੀ ਮੌਤ। तो ਉਹ ਕਾਫੀ ਵੱਡਾ ਇਕੱਠ ਉਸ ਸਮੇਂ ਵੀ ਹੋਇਆ। खैर जो भी दुख उस टब्बर ते टिया, ਉਹਦੀ ਪਤਨੀ ਹੀ ਸੀ ਜਿਸਨੇ ਤਾਂ ਸਾਰਾ ਕੁਝ ਸਹਿਣਾ ਸੀ। ਬੱਚੇ ਸੈਟਲਡ ਸਨ, ਸਾਰੇ ਚਲੇ ਗਏ ਸਨ। ਤਾਂ ਉਹਨੂੰ ਇੱਕ ਆਪਣੇ ਪਤੀ ਦੇ ਮੇਜ਼ ਦੀ ਡਰਾਅਰ ਦੇ ਵਿੱਚ ਵੱਡਾ ਸਾਰਾ ਪੈਕੇਟ ਲੱਭਿਆ, ਪਰ ਲਿਖਿਆ ਹੋਇਆ ਸੀ, मेरी जिंदगी दी बेहतरीन तमन्ना जो मैं हर हाल पूरी करनी है। सो उन्हें हौली हौली सारे पास्यों ਉਹ ਖੋਲ ਕੇ ਜਦੋਂ ਕੱਢਿਆ ਤੇ ਵਿੱਚ ਕਈ ਤਰ੍ਹਾਂ ਦੀਆਂ ਰੰਗ ਬਰੰਗੀਆਂ ਪਤੰਗਾਂ ਸਨ। ਅੱਜ ਦੇ ਜੋ ਦੀ ਹਰੀ ਜ਼ਰੂਰ ਪੂਰੀਆਂ ਕਰ ਲਈਏ, ਉਸੇ ਤਰ੍ਹਾਂ ਨਾ ਕਿਤੇ ਰਹਿ ਜਾਏ ਕਿ ਇਹ ਪਤੰਗਾਂ ਪੈ ਕੇ ਰਹਿ ਜਾਣ, ਅਗਲੀ ਜ਼ਿੰਦਗੀ ਕਿਸੇ ਨੇ ਦੇਖਣੀ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਧਾਲੀਵਾਲ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਕਿਚ ਸੁਣੀਏ ਕਿਚ ਕਹੀਏ। ਇਹ ਉਹ ਪ੍ਰੋਗਰਾਮ ਹੈ ਜਿਸ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਟੌਪਿਕਸ ਤੇ ਜਿਸ ਵਿੱਚ ਅਸੀਂ ਘਰਾਂ ਦੇ ਵਿੱਚ ਬਹਿ ਕੇ ਆਮ ਚਰਚਾ ਕਰਦੇ ਹਾਂ ਕਿ ਇਸ ਟੌਪਿਕ ਤੇ ਗੱਲਬਾਤ ਹੋਣੀ ਬਣਦੀਆਂ। ਸਾਡੀਆਂ ਸਰਕਾਰਾਂ, ਸਾਡੀਆਂ ਸਮਾਜ ਸੇਵੀ ਸੰਸਥਾਵਾਂ ਇਹਨਾਂ ਤੇ ਗੱਲਾਂ ਬਾਤਾਂ ਕਿਉਂ ਨਹੀਂ ਕਰਦੀਆਂ? ਕੋਈ ਤਾਂ ਹੋਵੇ ਜੋ ਸਾਨੂੰ ਵਿਚਾਰ ਦੱਸੇ, ਜੋ ਸਾਨੂੰ ਸਹੀ ਰਾਹ ਦੱਸੇ, ਜਿਸ ਤੇ ਅਸੀਂ ਪ੍ਰੋਪਰ ਤਰੀਕੇ ਨਾਲ ਚੱਲ ਸਕੀਏ। ਸੋ ਉਹਨਾਂ ਸਾਰੀਆਂ ਹੀ ਗੱਲਾਂ ਬਾਤਾਂ ਨੂੰ ਟੌਪਿਕਸ ਬਣਾ ਕੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਰੱਖਦੇ ਹਾਂ। ਤੁਹਾਡੇ ਸਵਾਲ ਤੇ ਸੁਝਾਅ ਜਿਹੜੇ ਵੀ ਆਏ ਹੁੰਦੇ ਨੇ ਉਸ ਦੇ ਆਧਾਰ ਤੇ ਵੀ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਟੌਪਿਕ ਰੱਖਦੇ ਹਾਂ। ਸੋ ਅੱਜ ਦਾ ਜਿਹੜਾ ਟੌਪਿਕ ਹੈ ਉਹ ਸਕੂਲੀ ਸਿੱਖਿਆ ਨੂੰ ਲੈ ਕੇ ਹੋਵੇਗਾ। ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਐਮੀਨੈਂਸ ਜਿਹੜੇ ਨੇ ਸਕੂਲ ਦਾ ਆਗਾਜ਼ ਕੀਤਾ, ਉਦਘਾਟਨ ਕੀਤਾ, ਤਾਂ ਉਹਨਾਂ ਨੇ ਕਿਹਾ ਕਿ ਸਕੂਲੀ ਸਿੱਖਿਆ ਦਾ ਮਿਆਰ ਉੱਚਾ ਚੁੱਕਿਆ ਜਾਵੇਗਾ, ਬੱਚਿਆਂ ਦਾ ਹੁਨਰ ਪਛਾਣਿਆ ਜਾਵੇਗਾ, ਕਿਸ ਬੱਚੇ ਨੂੰ ਕਿਸ ਫੀਲਡ ਦੇ ਵਿੱਚ ਭੇਜਣਾ ਹੈ ਉਸ ਤਰੀਕੇ ਦਾ ਉਹਨਾਂ ਨੂੰ ਪਹਿਲਾਂ ਹੀ ਰਸਤਾ ਮਾਰਗ ਤੈਅ ਕੀਤਾ ਜਾਵੇਗਾ ਤਾਂ ਕਿ ਉਹਨਾਂ ਨੂੰ ਅੱਗੇ ਕਿਸੇ ਵੀ ਔਂਕੜ ਦਾ ਸਾਹਮਣਾ ਨਾ ਕਰਨਾ ਪਵੇ। ਸੋ ਇਸ ਤੇ ਹੀ ਅੱਜ ਸਾਰੀ ਵਿਚਾਰ ਚਰਚਾ ਹੋਵੇਗੀ, ਗੱਲਬਾਤ ਹੋਵੇਗੀ। ਸੋ ਅਸੀਂ ਇਸ ਸਾਰੀ ਵਿਚਾਰ ਚਰਚਾ ਦੇ ਲਈ ਜੁੜਾਂਗੇ ਡਾਕਟਰ ਹਰਸ਼ਿੰਦਰ ਕੌਰ ਜੀ ਦੇ ਨਾਲ ਤੇ ਉਹਨਾਂ ਦਾ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਮੈਮ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਤੇ ਜਿੰਨੇ ਵੀ ਸੁਣ ਵੇਖ ਸਕਦੇ ਨੇ ਸਭਨਾਂ ਨੂੰ ਨਿੱਘੀ ਫਤਿਹ ਜੀ। ਮੈਮ ਅਕਸਰ ਹੀ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਆਸ ਹੁੰਦੀ ਹੈ ਤੇ ਕਿ ਜਦੋਂ ਵੀ ਸਾਡਾ ਇਹ ਸ਼ੋਅ ਹੋਵੇਗਾ ਤਾਂ ਤੁਸੀਂ ਦਰਸ਼ਕਾਂ ਦੇ ਲਈ ਇੱਕ ਨਵੀਂ ਕਹਾਣੀ ਲੈ ਕੇ ਆਓਗੇ, ਤਾਂ ਤੁਸੀਂ ਅੱਜ ਦਰਸ਼ਕਾਂ ਦੇ ਲਈ ਕਿਹੜੀ ਕਹਾਣੀ ਦੀ ਸਾਂਝ ਪਾ ਰਹੇ ਹੋ? ਜੀ ਅੱਜ ਦੀ ਕਹਾਣੀ ਤੋਂ ਪਹਿਲਾਂ ਦੱਸ ਦਈਏ ਕਿ ਭਾਵੇਂ ਕੈਮਰੇ ਦੇ ਸਾਰੇ ਜਣੇ ਦੇਖਣਗੇ, ਨਵਦੀਪ ਜੀ ਤੇ ਸਵੇਰੇ ਸਵਾਸਤੀ ਰਿਕਾਰਡਿੰਗ ਲਈ ਬੈਠੇ ਆ, ਪਰ ਕੈਮਰੇ ਦੇ ਪਿੱਛੇ ਜਿਹੜੇ ਕਰ ਰਹੇ ਨੇ ਉਹਨਾਂ ਦਾ ਨਾਮ ਲੈਣਾ ਜ਼ਰੂਰੀ ਹੈ। ਸਾਡੇ ਨਾਲ ਨੇ ਅੱਜ ਮਨਜੋਤ ਜੀ, ਰਜਨੀਸ਼ ਜੀ, ਸੂਰਜ ਜੀ, ਜੈ ਪ੍ਰਕਾਸ਼ ਜੀ, ਜਿਨ੍ਹਾਂ ਸਦਕਾ ਅਸੀਂ ਤੱਕ ਪਹੁੰਚ ਰਹੇ ਹਾਂ। ਤੇ ਇਹ ਕਹਾਣੀ ਜੋ ਅੱਜ ਦੀ ਮੈਂ ਸਾਂਝੀ ਕਰਨ ਲੱਗੀ ਹਾਂ, ਹਰ ਉਸ ਬੰਦੇ ਦੇ ਨਾਲ ਜ਼ਰੂਰ ਸੰਬੰਧਿਤ ਹੈ ਜਿਸਨੇ ਕਦੇ ਮਰਨਾ। ਤੇ ਇਹਦਾ ਮਤਲਬ ਹੈ ਕਿ ਜਿੰਨੇ ਵੀ ਜੀ ਇੱਥੇ ਹਨ, ਜਿਹੜੇ ਵੀ ਪੰਜਾਬੀ ਸਮਝ ਸਕਦੇ ਨੇ, ਚਲ ਉਹਨਾਂ ਨੂੰ ਤਾਂ ਇਹ ਕਹਾਣੀ ਜ਼ਰੂਰ ਹੀ ਸੁਣਨੀ ਚਾਹੀਦੀ ਜੇ। ਅੱਜ ਕਹਾਣੀ ਦੱਸਣ ਲੱਗੇ ਬਹੁਤ ਨੇਕ ਇਨਸਾਨ ਦੀ, ਜਿਸਨੇ ਸਾਰੀ ਜ਼ਿੰਦਗੀ ਬਹੁਤ ਨਿੱਠ ਕੇ ਕੰਮ ਕੀਤਾ, ਨਾ ਸਿਰਫ ਆਪਣਾ ਬਲਕਿ ਜਿਹੜੇ ਹੋਰ ਸਾਥੀ ਜੋ ਦਫ਼ਤਰ ਵਿੱਚ ਨਹੀਂ ਸੀ ਕੰਮ ਕਰ ਸਕਦੇ ਕਿਸੇ ਵੀ ਕਾਰਨ, ਉਹ ਵੀ ਆਪਣਾ ਕੰਮ ਉਹਨੂੰ ਹੀ ਦੇ ਦਿੰਦੇ। ਤੇ ਵਿਚਾਰਾ ਛੁੱਟੀ ਦਿਨ ਵੀ ਲਗਾਤਾਰ ਕੰਮ ਵਿੱਚ ਜੁਟਿਆ। ਉਹਨੇ ਇੰਨੀ ਕੁ ਯਾਨੀ ਚੁਫੇਰਿਓਂ ਸੋਭਾ ਖੱਟੀ ਕਿ ਜਿਹੜਾ ਕੋਈ ਕੰਮ ਨਹੀਂ ਹੁੰਦਾ ਆਪਣਾ ਘਰ ਦਾ ਜਿਹੜਾ ਉਹਨੇ ਕੰਮ ਸਾਰਾ ਦੌੜ ਭੱਜ ਕੇ ਕਰਦੇ ਰਹਿਣਾ, ਦਫ਼ਤਰੀ ਕੰਮ ਵੀ ਕਰਦੇ ਰਹਿਣਾ, ਤੇ ਅਖੀਰ ਰਿਟਾਇਰ ਹੋਇਆ ਬਿਲਕੁਲ ਬੇਦਾਗ ਸ਼ਖਸੀਅਤ। ਸਾਰੇ
ਬੜੇ ਉਹਦੇ ਨਾਲ ਪੂਰੇ ਪ੍ਰੋਗਰਾਮ ਦੇ ਲਈ ਫੰਕਸ਼ਨ ਰੱਖਿਆ ਸੀ, ਸਾਰੇ ਸ਼ਾਮਲ ਹੋਏ। ਕਈਆਂ ਨੇ ਦੁੱਖ ਲਿਆ ਕਿ ਹੁਣ ਕੌਣ ਕਰੇਗਾ ਸਾਡਾ ਕੰਮ। ਹੂੰ ਸੋ ਇਸ ਤਰ੍ਹਾਂ ਦੀ ਸੋਚ ਨਾਲੋਂ ਵੱਡਾ ਇੱਕ ਜਿਸ ਦਾ ਜ਼ਿਕਰ ਕਾਫੀ ਚਿਰ ਚੱਲਦਾ ਵੀ ਰਿਹਾ, ਨੇਕ ਇਨਸਾਨ ਕੋਈ ਘੱਟ ਤੇ ਕਰਨੀ ਰੱਬ ਦੀ, ਕਿ ਲਗਭਗ 2 ਹੀ ਮਹੀਨੇ ਹੋਏ ਸਨ ਰਿਟਾਇਰਮੈਂਟ ਬੰਦੇ ਦੀ ਮੌਤ। ਸੋ ਮੌਤ ਤੇ ਵੀ ਤੁਸੀਂ ਸਮਝ ਤਰ੍ਹਾਂ ਦੀ ਉਹਦੀ ਨੇਕ ਸ਼ਖਸੀਅਤ ਸੀ, ਸਭ ਦੀ ਮਦਦ ਕਰਨੀ, ਦੇ ਕੰਮਕਾਰ ਕਰਦੇ ਰਹਿਣਾ। ਸੋ ਉਹ ਕਾਫੀ ਵੱਡਾ ਇਕੱਠ ਉਸ ਸਮੇਂ ਵੀ ਹੋਇਆ। ਖੈਰ ਜੋ ਵੀ ਦੁੱਖ ਉਸ ਟੱਬਰ ਤੇ ਢਿਆ, ਉਹਦੀ ਪਤਨੀ ਹੀ ਸੀ ਜਿਸਨੇ ਤਾਂ ਸਾਰਾ ਕੁਝ ਸਹਿਣਾ ਸੀ। ਬੱਚੇ ਸੈਟਲਡ ਸਨ, ਸਾਰੇ ਚਲੇ ਗਏ ਸਨ। ਸੋ ਉਹ ਦੁੱਖ ਜਦੋਂ ਉਹਦਾ ਮੁੱਕਿਆ, ਹਫ਼ਤੇ 10 ਦਿਨ ਬਾਅਦ ਉਹਨੇ ਸਾਰਾ ਘਰ ਦੀ ਸਾਂਭ ਸੰਭਾਲ ਸ਼ੁਰੂ ਕੀਤੀ। ਤਾਂ ਉਹਨੂੰ ਇੱਕ ਆਪਣੇ ਪਤੀ ਦੇ ਮੇਜ਼ ਦੀ ਡਰਾਅਰ ਦੇ ਵਿੱਚ ਵੱਡਾ ਸਾਰਾ ਪੈਕੇਟ ਲੱਭਿਆ। ਉਸ ਪੈਕੇਟ ਨੂੰ ਚੰਗੀ ਤਰ੍ਹਾਂ ਸੀਲ ਕੀਤਾ ਹੋਇਆ ਸੀ ਤੇ ਉਹਦੇ ਉੱਪਰ ਲਿਖਿਆ ਹੋਇਆ ਸੀ, ਮੇਰੀ ਜ਼ਿੰਦਗੀ ਦੀ ਬਿਹਤਰੀਨ ਤਮੰਨਾ ਜੋ ਮੈਂ ਹਰ ਹਾਲ ਪੂਰੀ ਕਰਨੀ ਹੈ। ਜੀ। ਹੁਣ ਉਹਦੀ ਪਤਨੀ ਨੂੰ ਬੜਾ ਅਜੀਬ ਜਿਹਾ ਜਾਪਿਆ ਕਿ ਇਹ ਹੁਣ ਕੁਛ ਕਿਸੇ ਕੁੜੀ ਦਾ ਚੱਕਰ ਹੀ ਨਾ ਨਿਕਲ ਆਵੇ, ਜਾਂ ਕੁਛ ਹੋਰ ਹੀ ਨਾ, ਕੁਛ ਇਹਨੇ ਮੇਰੇ ਤੋਂ ਲੁਕਾਇਆ ਹੋਇਆ ਸੀ ਜਿਹੜਾ ਮੈਨੂੰ ਪਤਾ ਹੀ ਨਹੀਂ ਸੀ। ਪਰ ਇਹ ਡਰੇ ਜੇ ਦਿਲ ਨਾਲ ਉਹਨੇ ਹੌਲੀ ਹੌਲੀ ਉਹ ਬੜਾ ਸਾਂਭ ਕੇ ਜੋ ਬੰਨਿਆ ਹੋਇਆ ਚੁਫੇਰਿਓਂ ਲਿਫਾਫਾ, ਵੀ ਉਹਨੂੰ ਲੱਗਿਆ ਕਿ ਬਹੁਤਾ ਭਾਰਾ ਵੀ ਨਹੀਂ, ਕੀ ਹੈ, ਸ਼ਾਇਦ ਕੋਈ ਤਸਵੀਰਾਂ ਨੇ ਵਿੱਚ। ਸੋ ਉਹਨੇ ਹੌਲੀ ਹੌਲੀ ਸਾਰੇ ਪਾਸਿਓਂ ਉਹ ਖੋਲ ਕੇ ਜਦੋਂ ਕੱਢਿਆ ਤੇ ਵਿੱਚ ਕਈ ਤਰ੍ਹਾਂ ਦੀਆਂ ਰੰਗ ਬਿਰੰਗੀਆਂ ਪਤੰਗਾਂ ਸਨ। ਉਹ ਹੈਰਾਨ ਹੋ ਗਈ ਕਿ ਇਹ ਕੀ ਗੱਲ ਹੋਈ। ਤੇ ਉਹਦੇ ਵਿੱਚ ਅਖੀਰਲੀ ਪਤੰਗ ਉਹਦੇ ਇੱਕ ਪਰਚਾ ਸੀ ਲਿਖਿਆ ਹੋਇਆ ਉਹਦਾ, ਜਿਸ 'ਚ ਲਿਖਿਆ ਸੀ, ਮੈਨੂੰ ਪਤੰਗ ਉਡਾਉਣ ਦਾ ਬਹੁਤ ਜ਼ਿਆਦਾ ਸ਼ੌਕ ਹੈ। ਬਚਪਨ ਵਿੱਚ ਪਿਤਾ ਨੇ ਨਹੀਂ ਕਰਨ ਦਿੱਤਾ ਕਿ ਤੁਸੀਂ ਪੜ੍ਹੋ, ਇਹ ਤਾਂ ਵਿਹਲੜਾਂ ਦਾ ਕੰਮ ਹੈ, ਜ਼ਰੂਰ ਪੜ੍ਹ ਕੇ ਕੁਛ ਬਣ, ਫਿਰ ਵੇਖੀ। ਤੇ ਜਦੋਂ ਪੜ੍ਹ ਕੇ ਕੁਝ ਬਣ ਗਿਆ, ਫਿਰ ਮੈਨੂੰ ਵਿਆਹ ਲਈ ਕਹਿ ਦਿੱਤਾ ਕਿ ਹੁਣ ਵਿਆਹ ਕਰੋ। ਤੇ ਹੁਣ ਫਿਰ ਅੱਗੋਂ ਚੱਲ ਸੋ ਅਜਿਹੇ ਚੱਕਰ ਵਿੱਚ ਮੈਂ ਫਸੀ ਕਿ ਇਹ ਮੈਨੂੰ ਕਦੇ ਨਹੀਂ ਮਿਲੇ। ਹੁਣ ਮੈਂ ਨਾ ਰਿਟਾਇਰਮੈਂਟ ਤੋਂ ਬਾਅਦ ਹਰ ਹਾਲ ਵਿੱਚ ਮੈਂ ਇਹ ਜ਼ਰੂਰ ਉਡਾਉਣੀਆਂ ਨੇ ਤਾਂ ਕਿ ਮੇਰੀ ਜ਼ਿੰਦਗੀ ਦੀ ਇਹ ਤਮੰਨਾ ਪੂਰੀ ਹੋ ਸਕੇ। ਜੀ। ਪਤਨੀ ਜ਼ਾਰੋ ਜ਼ਾਰ ਰੋਈ ਜਦੋਂ ਉਹਨੇ ਦੇਖਿਆ ਕਿ ਇਹ ਹਸਰਤ ਲੈ ਕੇ ਹੀ ਮਨ ਵਿੱਚ, ਤੇ ਉਹਨੇ ਇੱਕ ਉਸ ਚੀਜ਼ ਤੋਂ ਹੀ ਕੁਛ ਮਨ ਵਿੱਚ ਠਾਣਿਆ ਕਿ ਕੀ ਕਰਨਾ। ਉਹਨੇ ਕੀ ਕੀਤਾ, ਉਹ ਪਤੰਗਾਂ ਸਾਰੀਆਂ ਚੁੱਕ ਕੇ ਤੇ ਚੁਫੇਰੇ ਕਮਰੇ ਦੇ ਵਿੱਚ ਸਾਰੇ ਤੇ ਘਰ ਦੇ ਜਿਹੜੇ ਥਾਂ ਤੇ ਸਿੱਧਾ ਵੜਦੇ ਸਾਰ ਦਿਸਣੀਆਂ ਸੀ, ਸਾਰੇ ਥਾਵਾਂ ਤੇ ਟੰਗ ਦਿੱਤੀਆਂ। ਜੀ। ਬਾਅਦ ਉਹਦਾ ਵੱਡਾ ਮੁੰਡਾ, 2 ਮੁੰਡੇ ਸਨ ਉਹਦੇ, ਮੁੰਡਾ ਜਦੋਂ ਆਇਆ ਆਪਣੇ ਟੱਬਰ ਦੇ ਨਾਲ, ਤੇ ਉਹ ਬੜਾ ਖਿਝ ਕੇ ਕਿ ਤੈਨੂੰ ਮਾਂ ਇਹ ਕੋਈ ਖੁਸ਼ੀ ਦੀ ਗੱਲ ਲੱਗਦੀ ਹੈ ਕਿ ਸਾਰੇ ਪਤੰਗਾਂ ਰੰਗ ਬਰੰਗੀਆਂ ਨਾਲ ਇੱਥੇ ਭਰਿਆ ਪਿਆ, ਪਿਓ ਦੀ ਮੌਤ ਸਾਡੇ ਦੀ ਹੋਈ ਹੈ ਤੇ ਤੂੰ ਖੁਸ਼ ਨਹੀਂ ਹੈ। ਤੇ ਉਹਨੇ ਫਿਰ ਆਇਆ ਕਿ ਇਹ ਦੇਖੋ, ਉਹ ਸੀ ਤੁਹਾਡੇ ਪਿਓ ਦੀ ਹਸਰਤ ਜਿਹੜੀ ਉਹ ਹੋਰ ਕੰਮਾਂ ਕਾਰਾਂ ਵਿੱਚ ਕਿਤੇ ਛੱਡਿਆ। ਤੇ ਇਹ ਮੈਂ ਸਿਰਫ ਇਹ ਦੱਸਣਾ ਚਾਹ ਰਹੀ ਸਾਂ, ਇਹ ਲਗਾ ਕੇ ਮੈਨੂੰ ਵੀ ਚੇਤੇ ਰਹੇ ਕਿ ਮੈਂ ਕੋਈ ਐਸੀ ਚੀਜ਼ ਇਹ ਨਾ ਕਹਿ ਕੇ ਟਾਲ ਕਰਾਂਗੇ, ਕੱਲ ਪਤਾ ਨਹੀਂ ਸਣਾ ਕਿ ਨਹੀਂ, ਜਾਂ ਹੋਰ ਵੀ ਕੋਈ ਜਿਹੜੇ ਮੈਨੂੰ ਮਿਲਣ ਆਉਂਦੇ ਨੇ ਉਹਨਾਂ ਦੀ ਕੋਈ ਤਮੰਨਾ ਹੈ ਤਾਂ ਉਹ ਜਿਉਂਦੇ ਜੀ ਪੂਰੀ ਕਰ ਲੈਣ। ਇਹ ਹੋਰਨਾਂ ਦੇ ਕੰਮ ਕਰਦਿਆਂ ਜੇ ਜ਼ਿੰਦਗੀ ਲੰਘ ਗਈ ਤਾਂ ਇਹ ਦੂਸਰੀ ਜ਼ਿੰਦਗੀ ਇਹ ਆਪਣੀਆਂ ਰੀਝਾਂ ਪੂਰੀਆਂ ਕਰਨ ਲਈ ਮਿਲਣੀ ਨਹੀਂ। ਤੇ ਉਹਦਾ ਬੱਚਾ ਇਹ ਸਾਰਾ ਦੇਖ ਕੇ ਰੋਇਆ ਵੀ ਤੇ ਵਾਪਸ। ਜੀ। ਹਫ਼ਤੇ ਬਾਅਦ ਉਹਨੇ ਫੋਨ ਕੀਤਾ ਫਿਰ ਆਪਣੀ ਮਾਂ ਨੂੰ ਜੀ ਕਿ ਅੱਜ ਮਾਂ ਤਿਆਰ ਰਹੀ, ਅਸੀਂ ਆ ਰਹੇ ਹਾਂ, 2 ਦੇ ਸਮਾਨ ਕਰ ਲਈ। ਸੋ ਕਿਉਂ ਇਸ ਤਰ੍ਹਾਂ ਕਹਿ ਰਿਹਾ। ਤੇ ਅਖੀਰ ਜਦੋਂ ਆਇਆ ਘਰ, ਸਮਾਨ ਪੈਕ ਕੀਤਾ ਹੋਇਆ ਸੀ ਕਿ 2 ਦਿਨ ਲਈ ਕੀ ਕਰਨਾ ਜੇ। 2 ਦਿਨ ਲਈ ਅਸੀਂ ਅੱਜ ਪਤੰਗਾਂ ਉਡਾਉਣ ਚੱਲੇ ਆ, ਯਾਨੀ ਆਪਣੀਆਂ ਰੀਝਾਂ ਕਰਨ ਚੱਲੇ ਆ। ਚਿੱਤ ਕਰਦਾ ਅਸੀਂ ਵੀ ਕਿਸ਼ਤੀਆਂ ਕੇ, ਸੋ ਅੱਜ ਤੇਰੀ ਵੀ
ਕੋਈ ਚੀਜ਼ ਹੋਵੇ ਪੂਰੀ ਕਰੀ ਤੇ ਚੱਲ ਫਿਰ ਆਪਣੀ ਕੰਮ ਜੋ ਪਿਓ ਦੀਆਂ ਰਹਿ ਗਈਆਂ ਅਸੀਂ ਆਪਣੀਆਂ ਰੀਝਾਂ ਪੂਰੀਆਂ ਕਰ ਲਈਏ ਤੇ ਚਾਹੁੰਦੇ ਆ ਸਾਡੀ ਮਾਂ ਦੀ ਜੇ ਕੋਈ ਇਸੇ ਤਰ੍ਹਾਂ ਦੀ ਤਮੰਨਾ ਹੈ ਤਾਂ ਅਸੀਂ ਪੂਰੀ ਕਰ ਮਗਰ ਛੁਡਾਉਂਦਾ ਪਿਆ ਸਵਾਰੇ ਚੱਲੇ ਆ ਤੇ ਅੱਗੇ ਤੋਂ ਹਰ 15 ਦਿਨੀ ਜ਼ਰੂਰ ਨਿਕਲਣਾ ਜੇ ਕੋਈ ਹੋਰ ਕੰਮ ਰਹਿ ਜਾਣ ਪਰ ਆਪਣੀਆਂ ਰੀਝਾਂ ਹੁਣੇ ਹੀ ਪੂਰੀਆਂ ਕਰਨੀਆਂ ਬਹੁਤ ਅਹਿਮ ਇਹਦੇ ਵਿੱਚ ਸੱਚਮੁੱਚ ਕਿਹਾ ਮੈਂ ਇੱਕ ਹੋਰ ਤੁਹਾਡੇ ਨਾਲ ਸਾਂਝਾ ਚਾਹੁੰਦੀ ਹਾਂ ਨਿੱਕੀ ਜਿਹੀ ਗੱਲ ਇਸ ਤੋਂ ਪਹਿਲਾਂ ਕਿ ਆਪਾਂ ਐਜੂਕੇਸ਼ਨ ਸਿਸਟਮ ਬੜੀ ਹੋਈ ਸੀ ਜੇ ਉਸ ਨਰਸ ਦੀ ਕਿਤਾਬ ਜਿਹਦੇ ਵਿੱਚ ਉਸਨੇ ਨੌਕਰੀ ਕਰਦੀ ਸੀ ਆਖਰੀ ਸੈਂਟਰ ਸੀ ਜਿੱਥੇ ਜ਼ਿੰਦਗੀ ਦੇ ਆਖਰ ਬਤੀਤ ਕਰਨ ਲਈ ਹੀ ਮਰੀਜ਼ ਪਹੁੰਚਦੇ ਨੇ ਉੱਥੇ ਕੈਂਸਰ ਦੇ ਨਾਲ ਜੂਝਦੇ ਜਿਨ੍ਹਾਂ ਦੇ ਕੋਲ ਦਾ ਸਮਾਂ ਰਹਿ ਜਾਂਦਾ ਉਸਨੇ ਜਿਵੇਂ ਉਹਨਾਂ ਦੀ ਸੇਵਾ ਕਰਨੀ ਤੇ ਅਖੀਰ ਵਿੱਚ ਉਹਨਾਂ ਤੋਂ ਕੁਝ ਨਾ ਇੱਕ ਤੋਂ ਪੁੱਛਣਾ ਕਿ ਤੁਹਾਡੀ ਕੋਈ ਤਮੰਨਾ ਰਹਿ ਗਈ ਹੋਵੇ ਤਾਂ ਪੂਰੀ ਕਰਾਂ ਤੇ ਕਮਾਲ ਹੀ ਸੀ ਕਿ ਹਰ ਕਿਸੇ ਨੇ ਹਰ ਕਿਸੇ ਦੀ ਗੱਲ ਯਾਨੀ ਉਹ ਕਈ ਸਾਲ ਉਹ ਕਰਦੀ ਰਹੀ ਤੇ ਉਹਨਾਂ ਸਾਲਾਂ ਦਾ ਤਜਰਬਾ ਉਸਨੇ ਲਿਖਿਆ ਇੱਕ ਵੀ ਇਨਸਾਨ ਨਹੀਂ ਮਿਲਿਆ ਜਿਸਨੇ ਇਹ ਕਿਹਾ ਹੋਵੇ ਕਿ ਮੈਂ ਜ਼ਿੰਦਗੀ ਰੱਜ ਕੇ ਜੀ ਲਈ ਜ਼ਿੰਦਗੀ ਕਦੋਂ ਖਿਸਕਦੀ ਚਲੀ ਕਦੋਂ ਲੱਗ ਗਈ ਤੇ ਸਾਡੀਆਂ ਤਾਂ ਬਹੁਤ ਸਾਰੀਆਂ ਰੀਝਾਂ ਅਸੀਂ ਤਾਂ ਇਹ ਵੀ ਕਰਨਾ ਸੀ ਅਸੀਂ ਤਾਂ ਗਲਾਈਡਿੰਗ ਵੀ ਕਰਨੀ ਸੀ ਅਸੀਂ ਤਾਂ ਇਹ ਵੀ ਗਿਟਾਰ ਮੈਂ ਪੇਂਟਣੀ ਸੀ ਮੈਂ ਕਵਿਤਾ ਲਿਖਣੀ ਸੀ ਬਹੁਤ ਕੁਛ ਦਿਲ ਵਿੱਚ ਤੁਰਦੇ ਪਏ ਸਨ ਤੋਂ ਉਸਨੇ ਵੀ ਇਹੋ ਲਿਖਿਆ ਕਿ ਜ਼ਿੰਦਗੀ ਦਾ ਕੱਲ ਬਿਲਕੁਲ ਨਾ ਸੋਚਿਆ ਕਰ ਅੱਜ ਵਿੱਚ ਕਿਤੇ ਸਿਰਫ ਹੀ ਆਪਣੇ ਬੱਚਿਆਂ ਲਈ ਜਾਂ ਹੋਰਨਾਂ ਲਈ ਹੀ ਕਰਦੇ ਨਾ ਰਹਿ ਜਾਈ ਮਨ ਦੀਆਂ ਸਦਰਾਂ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਸੋ ਅਸੀਂ ਅੱਜ ਦਾ ਨਿਗਾਹ ਸੁਣਿਆ ਕਿ ਅਸੀਂ ਕੱਲ ਨੂੰ ਸਾਰੇ ਇਕੱਠੇ ਹੋ ਸਕਦਾ ਜਿੰਨੇ ਵੀ ਜੇ ਅੱਜ ਹਾਂ ਨਾ ਪਰ ਅੱਜ ਦੇ ਜੋ ਮਨ ਦੀ ਜ਼ਰੂਰ ਪੂਰੀਆਂ ਕਰ ਲਈਏ ਉਸੇ ਤਰ੍ਹਾਂ ਨਾ ਕਿਤੇ ਰਹਿ ਜਾਏ ਕਿ ਇਹ ਪਤੰਗਾਂ ਪੈ ਕੇ ਰਹਿ ਜਾਣ ਅਗਲੀ ਜ਼ਿੰਦਗੀ ਕਿਸੇ ਨੇ ਦੇਖਣੀ ਆਪਾਂ ਅੱਜ ਨੂੰ ਬਹੁਤ ਖੂਬਸੂਰਤ ਬਣਾਈਏ ਤੇ ਜਿਹੜਾ ਵੀ ਤੁਹਾਨੂੰ ਹਫਤੇ ਦੇ ਅਖੀਰ ਵਿੱਚ ਦਿੰਦਾ ਜੇ ਨਾ ਉਹਨੂੰ ਹੋਰ ਕੰਮ ਕਰਕੇ ਹੋਰ ਪੈਸੇ ਇਕੱਠੇ ਕਰਨ ਵੱਲ ਨਾ ਲਾਈ ਬਲਕਿ ਉਹ ਖੁਸ਼ੀ ਦੇ ਵਿੱਚ ਅਸੀਂ ਆਪਣੇ ਲਈ ਬਤੀਤ ਕਰ ਸਕੀਏ ਬਿਲਕੁਲ ਮੈਮ ਤੁਹਾਡੀ ਇਸ ਕਹਾਣੀ ਦੇ ਵਿੱਚ ਬਹੁਤ ਕੁਝ ਐਸਾ ਛੁਪਿਆ ਹੋਇਆ ਜੋ ਕਿ ਹਰ ਇੱਕ ਇਨਸਾਨ ਦੇ ਮਨ ਦੇ ਵਿੱਚ ਇਹ ਗੱਲ ਰਹਿੰਦੀ ਹੈ ਕਿ ਅਸੀਂ ਪਹਿਲਾਂ ਆਹ ਕਰ ਲਈਏ ਫਿਰ ਅਸੀਂ ਆਹ ਕਰ ਲਈਏ ਕੋਈ ਗੱਲ ਨਹੀਂ ਆਪਾਂ ਆਪਣੇ ਮਨ ਦੀ ਮੁਰਾਦ ਆ ਜਿਹੜੇ ਉਹ ਕੱਲ ਪੂਰੀ ਕਰ ਲਵਾਂਗੇ ਅਸੀਂ ਆਪਣੇ ਬੱਚਿਆਂ ਲਈ ਇਹ ਕਰਨਾ ਅਸੀਂ ਆਪਣੇ ਮਾਪਿਆਂ ਲਈ ਇਹ ਕਰਨਾ ਅਸੀਂ ਆਪਣੇ ਹਮਸਫਰ ਲਈ ਇਹ ਕਰਨਾ ਜਾਂ ਅਸੀਂ ਆਪਣੇ ਕਿਸੇ ਦੋਸਤ ਲਈ ਇਹ ਕਰਨਾ ਇਹ ਕੁਛ ਕਰਨ ਦੇ ਵਿੱਚ ਹੀ ਸਾਡੀ ਜ਼ਿੰਦਗੀ ਦੇ ਕੁਛ ਜਿਹੜੇ ਚੰਗੇ ਪਲ ਹੁੰਦੇ ਨੇ ਉਹ ਸਾਡੇ ਹੱਥੋਂ ਨਿਕਲ ਜਾਂਦੇ ਨੇ ਅਸੀਂ ਉਹਨਾਂ ਪਲਾਂ ਨੂੰ ਇੰਜੋਏ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਕਰ ਸਕਦੇ ਪਰ ਕਰ ਵੀ ਕੀ ਸਕਦੇ ਆ ਕਬੀਲਦਾਰੀਆਂ ਨੇ ਜਿਹੜੀਆਂ ਹਿੱਸੇ ਆਈਆਂ ਨੇ ਜਿਹੜੀਆਂ ਜ਼ਿੰਮੇਵਾਰੀਆਂ ਨੇ ਗਲ ਪਈਆਂ ਨੇ ਕਈ ਵਾਰੀ ਬਹੁਤ ਸਾਰੀਆਂ ਐਸੀਆਂ ਮਜਬੂਰੀਆਂ ਬਣ ਜਾਂਦੀਆਂ ਨੇ ਜਦੋਂ ਆਪਣੀਆਂ ਬਹੁਤ ਸਾਰੀਆਂ ਇੱਛਾਵਾਂ ਨੇ ਜਿਨ੍ਹਾਂ ਦਾ ਤਿਆਗ ਕਰਨਾ ਪੈ ਜਾਂਦਾ ਲੱਗਦਾ ਕਿ ਨਹੀਂ ਪਹਿਲ ਦੇ ਆਧਾਰ ਤੇ ਜ਼ਿੰਮੇਵਾਰੀਆਂ ਨੇ ਆਪਣੀਆਂ ਇੱਛਾਵਾਂ ਨੇ ਕਦੇ ਫੇਰ ਪੂਰੀਆਂ ਕਰ ਲਵਾਂਗੇ ਪਰ ਕਈ ਵਾਰ ਰੱਬ ਕਦੇ ਫੇਰ ਪੂਰੀਆਂ ਕਰਨ ਦਾ ਮੌਕਾ ਨਹੀਂ ਦਿੰਦਾ ਸੋ ਇਸ ਲਈ ਜਿੰਨਾ ਕੁ ਵੀ ਮੌਕਾ ਸਾਨੂੰ ਮਿਲਦਾ ਉਸ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਜਿਉਂ ਲੈਣਾ ਚਾਹੀਦਾ ਖੁਸ਼ੀ ਦੇ ਜੋ ਪਲ ਹੁੰਦੇ ਨੇ ਉਸ ਨੂੰ ਹੱਸਦੇ ਹੱਸਦੇ ਜਿਉਣਾ ਬੇਹੱਦ ਵਧੀਆ ਹੁੰਦਾ ਹੈ ਤਾਂ ਕਿ ਅਸੀਂ ਆਪਣੇ ਆਪ ਨੂੰ ਕਈ ਇਹਦੇ ਵਿੱਚ ਸਾਨੂੰ ਲਾਭ ਵੀ ਮਿਲਦੇ ਨੇ ਆਪਣੇ ਆਪ ਨੂੰ ਵਧੀਆ ਰੱਖਣਾ ਆਪਣੇ ਆਪ ਨੂੰ ਜਿਉਂਦੇ ਰੱਖਣਾ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਆਪਣੇ ਦਿਮਾਗ ਨੂੰ ਫਰੈਸ਼ ਰੱਖਣਾ ਉਹ ਹੁੰਦਾ ਕਿ ਜਦੋਂ ਅਸੀਂ ਆਪਣੇ ਪਲ ਨੇ ਜਿਹੜੇ ਉਹ ਖੁਸ਼ੀ ਦੇ ਨਾਲ ਹੰਢਾ ਰਹੇ ਹਾਂ ਜਦੋਂ ਅਸੀਂ ਇਹ ਮੰਨ ਰਹੇ ਹਾਂ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਦੇ ਨਾਲ ਜਿਉ ਰਹੇ ਹਾਂ ਸੋ ਦੁੱਖ ਦਰਦ ਤਕਲੀਫਾਂ ਜ਼ਿੰਮੇਵਾਰੀਆਂ ਹਰ ਇੱਕ ਇਨਸਾਨ ਦੇ ਹਿੱਸੇ ਆਉਂਦੀਆਂ ਹੀ ਆਉਂਦੀਆਂ ਨੇ ਪਰ ਉਹਨਾਂ ਪਲਾਂ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਬਿਹਤਰੀਨ ਬਣਾਉਣਾ ਇਹ ਵੀ ਸਾਡੇ ਹੱਥ ਦੇ ਵਿੱਚ ਹੀ ਹੁੰਦਾ ਕਈ ਵਾਰੀ ਅਸੀਂ ਆਪਣੀਆਂ ਰਾਹਾਂ ਭਟਕ ਜਾਂਦੇ ਆ ਕਈ ਵਾਰੀ ਸਾਨੂੰ ਸਮਝ ਨਹੀਂ ਆਉਂਦਾ ਕਿ ਅਸੀਂ ਕਰੀਏ ਤਾਂ ਕੀ ਕਰੀਏ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਨੂੰ ਅਸੀਂ ਸੁਣ ਸਕਦੇ ਹਾਂ ਬਹੁਤ ਅੱਛੇ ਰਾਈਟਰ ਨੇ ਬਹੁਤ ਅੱਛੀਆਂ ਕਵਿਤਾਵਾਂ ਨੇ ਜਿਨ੍ਹਾਂ ਨੂੰ ਅਸੀਂ ਪੜ੍ਹ ਸਕਦੇ ਹਾਂ ਸੋ ਕੋਸ਼ਿਸ਼ ਕਰੀਏ ਕਿ ਆਪਣੀ ਜ਼ਿੰਦਗੀ ਨੂੰ ਹਸੀਨ ਢੰਗ ਦੇ ਨਾਲ ਜਿਉਈਏ ਤਾਂ ਕਿ ਜਦੋਂ ਅਸੀਂ ਮਰੀਏ ਸਾਨੂੰ ਇਸ ਗੱਲ ਦਾ ਬਿਲਕੁਲ ਵੀ ਗਿਲਾ ਨਾ ਹੋਵੇ ਕਿ ਉਹ ਰੱਬ ਐਡੀ ਛੇਤੀ ਲੈਣ ਆ ਗਿਆ ਮੈਂ ਤਾਂ ਹਾਲੇ ਆਪਣੀ ਜ਼ਿੰਦਗੀ ਜਿਉਈ ਨਹੀਂ ਸੋ ਇਸ ਕਹਾਣੀ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਕੋਸ਼ਿਸ਼ ਕਰਾਂਗੇ ਕਿ ਅਸੀਂ ਸਾਰੇ
ਕੁਝ ਕੁ ਚੀਜ਼ਾਂ ਨੇ ਜਿਹੜੀਆਂ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਅਪਣਾਵਾਂਗੇ। ਸੋ ਮੈਮ, ਅੱਜ ਦਾ ਜਿਹੜਾ ਟੌਪਿਕ ਹੈ ਉਹ ਆਪਾਂ ਦਰਸ਼ਕਾਂ ਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਸਕੂਲੀ ਮਿਆਰ ਕਿਸ ਤਰੀਕੇ ਦੇ ਨਾਲ ਡਿੱਗਿਆ ਹੋਇਆ ਹੈ। ਇਹ ਸਭ ਲੋਕ ਭਲੀ ਭਾਂਤੀ ਜਾਣਦੇ ਨੇ। ਖਾਸ ਕਰਕੇ ਜੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਗੱਲ ਕੀਤੀ ਜਾਵੇ ਤਾਂ ਉੱਥੋਂ ਦੇ ਹਾਲਾਤ ਕੀ ਨੇ, ਉੱਥੋਂ ਦੇ ਬੱਚਿਆਂ ਦੇ ਸਿਲੇਬਸ ਦੇ ਵਿੱਚ ਪੜ੍ਹਾਈ ਕਿੰਨੀ ਕੁ ਹੈ, ਜਾਂ ਫਿਰ ਬੱਚਿਆਂ ਨੂੰ ਕਿਸ ਤਰੀਕੇ ਦੀ ਉੱਥੇ ਸਿੱਖਿਆ ਦਿੱਤੀ ਜਾਂਦੀ ਹੈ। ਸਾਰੇ ਸਕੂਲਾਂ ਦੀ ਗੱਲ ਨਹੀਂ ਕਰਾਂਗੇ, ਬਹੁਤ ਸਾਰੇ ਸਕੂਲ ਐਸੇ ਵੀ ਨੇ ਜੋ ਵਧੀਆ ਟੀਚ ਕਰ ਰਹੇ ਨੇ, ਬੱਚਿਆਂ ਨੂੰ ਚੰਗੀ ਸਿੱਖਿਆ ਦੇ ਰਹੇ ਨੇ, ਪਰ ਬਹੁਤ ਸਾਰੇ ਸਕੂਲ ਐਸੇ ਵੀ ਨੇ ਜਿੱਥੇ ਅੱਜ ਵੀ ਅਧਿਆਪਕ ਬਸ ਸਮਾਂ ਦੇਣ ਹੀ ਜਾਂਦੇ ਨੇ ਕਿ 9 ਵਜੇ ਜਾਣਾ ਤੇ 3 ਵਜੇ ਆਪਾਂ ਬੈਗ ਪੈਕ ਕਰਕੇ ਘਰ ਨੂੰ ਆ ਜਾਣਾ। ਸੋ ਅਜਿਹੇ ਮਾਹੌਲ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਇੱਕ ਨਵਾਂ ਇਤਿਹਾਸ ਸਿਰਜਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਨਵਾਂ ਸਕੂਲ ਜਿਸ ਨੂੰ ਹੁਨਰ ਦਾ ਸਕੂਲ ਕਿਹਾ ਜਾਏਗਾ ਕਿ ਉੱਥੇ ਬੱਚਿਆਂ ਦਾ ਹੁਨਰ ਪਛਾਣਿਆ ਜਾਵੇਗਾ। 9ਵੀਂ ਤੋਂ ਲੈ ਕੇ 12ਵੀਂ ਤੱਕ ਦੇ ਬੱਚਿਆਂ ਦੇ ਵਿੱਚ ਇਹ ਵੇਖਿਆ ਜਾਵੇਗਾ ਕਿਹੜੇ ਬੱਚੇ ਦਾ ਧਿਆਨ ਕਿਹੜੇ ਕੰਮ ਦੇ ਵਿੱਚ ਹੈ, ਕਿਹੜੀ ਤਾਲੀਮ ਲੈ ਕੇ ਉਹ ਆਪਣਾ ਸੁਨਹਿਰੀ ਭਵਿੱਖ ਬਣਾ ਸਕਦਾ। ਸੋ ਅਜਿਹੀਆਂ ਕੁਝ ਕੋਸ਼ਿਸ਼ਾਂ ਨੇ ਜਿਹੜੀਆਂ ਮੁੱਖ ਮੰਤਰੀ ਪੰਜਾਬ ਵੱਲੋਂ ਕੀਤੀਆਂ ਜਾ ਰਹੀਆਂ ਨੇ, ਉਹ ਕਿੰਨੀਆਂ ਕੁ ਲਾਭਦਾਇਕ ਹੋਣਗੀਆਂ ਤੇ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਏਗਾ, ਸਿੱਖਿਆ ਦੇ ਵਿੱਚ ਕਿਹੜੀਆਂ ਚੀਜ਼ਾਂ ਲਿਆਉਣ ਦੀ ਜ਼ਰੂਰਤ ਹੈ, ਇਹਨਾਂ ਸਾਰਿਆਂ ਬਾਰੇ ਅੱਜ ਵਿਚਾਰ ਚਰਚਾ ਹੋਵੇਗੀ। ਸੋ ਮੈਮ, ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਸਾਨੂੰ ਨਾ ਗਲਤ ਫਹਿਮੀ ਹੈ ਵੀ ਕੁਝ ਗਿਆਨ ਸਕੂਲ ਵਿੱਚ ਨੇ ਉਹੀ ਸਾਨੂੰ ਸਿਰਫ ਅਗਾਂਹ ਤੋਰ ਸਕਦਾ। ਸਾਡੇ ਮਾਪਿਆਂ ਦੀ ਇੱਕ ਸਬ ਮਾਈਂਡ ਵਿੱਚ ਇਹ ਚੀਜ਼ ਫਸ ਚੁੱਕੀ ਹੋਈ ਹੈ ਕਿ ਰਟਿਆ ਰਟਾਇਆ ਜੋ ਕਿਤਾਬ ਹੈ ਉਹਨੂੰ ਜਿੰਨਾ ਖੂਬਸੂਰਤ ਤਰੀਕੇ ਦਾ ਬੱਚਾ ਰੱਟ ਲਏਗਾ, ਪਹਿਲੇ ਨੰਬਰ ਤੇ ਆਏਗਾ, ਵਧੀਆ ਨੌਕਰੀ ਮਿਲ ਜਾਏਗੀ, ਵਧੀਆ ਕਮਾਈ ਕਰਨ ਯੋਗ ਹੋਏਗਾ, ਵਧੀਆ ਵਿਆਹ ਹੋ ਸਕੇਗਾ ਤੇ ਬਸ ਫਿਰ ਸਾਡਾ ਕਾਰੋਬਾਰ ਚਲਾ ਸਕੇਗਾ। ਇਸ ਤੋਂ ਉੱਪਰ ਸਾਡੇ ਮਾਈ ਸੋਚ ਨਹੀਂ ਹੈ। ਜਿੱਥੇ ਅੱਗੇ ਨਾ ਥਾਮਸ ਐਡੀਸਨ, ਜਿਸ ਨੂੰ ਸਕੂਲ ਵਿੱਚੋਂ ਕੱਢ ਦਿੱਤਾ ਗਿਆ, ਉਹਦੀ ਮਾਂ ਨੇ ਜਿੰਨੀ ਵੀ ਸਿੱਖਿਆ ਦਿੱਤੀ ਉਹਨੂੰ ਘਰ ਦੇ ਵਿੱਚ ਹੀ ਦਿੱਤੀ ਤੇ ਦੇਖੋ ਉਹ ਇਜਾਦ ਕਰ ਗਿਆ ਅਮਰ। ਯਾਨੀ ਇੱਕ ਗੱਲ ਤਾਂ ਸਪਸ਼ਟ ਹੈ ਕਿ ਜੇ ਸਾਡਾ ਸਚਿਨ ਤੇਂਦੁਲਕਰ ਜੇ ਸਿਰਫ ਉਹਦੇ ਮਾਪੇ ਹੀ ਘੜੀਸਦੇ ਰਹਿੰਦੇ ਪੜ੍ਹਾਈ ਦੇ ਵੱਲ ਕੇ ਬਣਾਉਣਾ ਤਾਂ ਡਾਕਟਰ ਜਾਂ ਇੰਜੀਨੀਅਰ ਹੀ ਹੈ, 10ਵੀਂ ਫੇਲ ਹੋਣ ਤੋਂ ਬਾਅਦ ਜੋ ਕੁਛ ਵੀ ਇਤਿਹਾਸ ਸਿਰਜ ਗਿਆ ਉਹ ਸਾਡੇ ਸਾਹਮਣੇ ਹੈ। ਬਿਲਕੁਲ ਇੰਝ ਹੀ APJ ਅਬਦੁਲ ਕਲਾਮ ਜੀ ਆਪਣੀ ਹੀ ਜ਼ਬਾਨੀ ਦੱਸਦੇ ਨੇ, ਤੱਪੜ ਦੇ ਸਕੂਲ ਤੋਂ ਸ਼ੁਰੂ ਹੋ ਕੇ, ਜੋ ਕਿ ਸਾਡੇ ਬੱਚੇ ਅੱਜ ਮੈਂ ਥੋੜਾ ਜਾਗੋ ਕਰਾਂਗੀ ਕਿ ਉਹਨਾਂ ਨੇ ਜਿਸ ਤੱਕ ਉਹ ਪਹੁੰਚੇ, ਮਿਜ਼ਾਈਲ ਮੈਨ ਤੱਕ ਵਜੋਂ ਜਾਣੇ ਜਾਂਦੇ ਰਹੇ ਜਾਂ ਪ੍ਰੈਜ਼ੀਡੈਂਟ ਪਹੁੰਚੇ, ਉਹ ਸਾਰਾ ਸਫ਼ਰ ਇੱਕ ਤੱਪੜ ਦੇ ਸਕੂਲ ਤੋਂ ਤੇ ਸਿਰਫ ਆਪਣੀ ਲਗਨ ਸਦਕਾ ਆਖਣ ਦਾ ਉਹਨਾਂ ਨੂੰ ਜੋ ਚਸਕਾ, ਜੋ ਜਜ਼ਬਾ, ਉਹੀ ਉਹਨਾਂ ਨੂੰ ਉਸ ਉਚਾਈ ਤੱਕ ਲਿਜਾ ਸਕਿਆ ਜੀ। ਸਾਡੇ ਇਸ ਵੇਲੇ ਮਾਪਿਆਂ ਦੀ ਪਹਿਲ ਹੁੰਦੀ ਜੇ ਕਿ ਅਸੀਂ ਅੰਗਰੇਜ਼ੀ ਹੀ ਪੜ੍ਹਾਉਣੀ ਜੇ ਤੇ ਸਕੂਲ AC ਹੋਣੇ ਚਾਹੀਦੇ ਨੇ ਤੇ ਉਹਦੇ ਵਿੱਚ ਵੀ ਅੱਗੋਂ ਲਿਫਟ ਲੱਗੀ ਹੋਣੀ ਚਾਹੀਦੀ ਜੇ ਤਾਂ ਕਿ ਸਾਡੇ ਬੱਚੇ ਨੂੰ ਰੱਤਾ ਵੀ ਮਿਹਨਤ ਨਾ ਕਰਨੀ ਪੈ ਜਾਏ। ਮੈਂ ਸਪਸ਼ਟ ਕਰਦਿਆਂ, ਜਿੰਨੀ ਵੀ ਔਖਿਆਈ ਭਰੀ ਜ਼ਿੰਦਗੀ ਚੋਂ ਜੋ ਕੋਈ ਲੰਘਦੇ ਨੇ, ਸੰਘਰਸ਼ ਕਰਦੇ ਨੇ, ਹੀ ਨੇ ਜੋ ਤਗੜੇ ਬੰਦੇ ਬਣ ਸਕਦੇ ਨੇ, ਅੱਗੋਂ ਇਤਿਹਾਸ ਵੀ ਸਿਰਜਦੇ ਨੇ। ਜਿਹੜੇ ਸੌਖੇ ਲੰਘੇ ਹੋਣ, ਖਿਮਾ ਕਰਿਓ, ਉਹ ਨਾ ਤਾਂ ਕਰਾ ਸਕਦੇ ਨੇ ਨਾ ਕੋਈ ਇਤਿਹਾਸ ਸਿਰਜ ਸਕਦੇ ਨੇ, ਤੋਰ ਹੀ ਰਹਿ ਜਾਂਦੇ ਨੇ। ਸਿਰਫ ਜੂਝਦੇ, ਔਖਿਆਈਆਂ ਦੇ ਨੂੰ ਵੇਖ ਕੇ ਝੂਰਦੇ ਤੇ ਫਿਰ ਟਹਿੰਦੀ ਜਾਂਦੇ ਤੇ ਖੁਦਕੁਸ਼ੀ ਕਰ ਲੈਂਦੇ। ਤੋ ਇਹ ਜਿਹੜੀਆਂ ਚੀਜ਼ਾਂ ਸਾਡੇ ਮਾਪੇ ਇਸ ਵੇਲੇ ਭਾਲਣ ਲਾਗੂ ਦੇ ਵਿੱਚੋਂ ਕਿ ਬੱਚਾ ਐਸ਼ੋ ਆਰਾਮ ਯਾਨੀ ਕਾਰ ਦੇ ਉੱਤੇ ਹੀ ਜਾਵੇ, ਕਾਰ ਦੇ ਉੱਤੇ ਹੀ ਵਾਪਸ ਆਵੇ ਤੇ AC ਦੀ ਬੈਠੇ ਤੇ ਜੋ ਕੁਛ ਰਟਿਆ ਰਟਾਇਆ ਲਵੇ ਹੀ, ਤੇ ਉਸ ਤੋਂ ਬਾਅਦ ਸਕੂਲ ਤੋਂ ਬਾਅਦ ਵੀ ਫਿਰ ਅਸੀਂ ਉਹਨੂੰ ਉਹਨਾਂ ਹੀ ਟੀਚਰਾਂ ਦੇ ਕੋਲ ਫਿਰ ਟਿਊਸ਼ਨਾਂ ਲਈ ਭੇਜਦੇ ਕਿ ਉਹ ਰੱਟਾ ਪੂਰੀ ਤਰ੍ਹਾਂ ਪੱਕਾ ਹੋ ਜਾਏ। ਉਸ ਰੱਟੇ ਵਿੱਚ ਜਾਓਗੇ, ਬਹੁਤ ਖੂਬਸੂਰਤ ਤਰੀਕੇ ਨਾਲ ਉਹਦੇ ਵਿੱਚ ਲਿਖਿਆ ਹੋਏਗਾ ਧਿਆਨ ਇਸ ਤਰੀਕੇ ਕਰੋ, ਇਹ ਨੁਕਸਾਨ ਨੇ ਜੇ ਤੁਸੀਂ ਗੰਦਗੀ ਹੈ ਤਾਂ ਜਦੋਂ ਸਫਾਈ ਕਰੋ ਇਹਨਾਂ ਬਿਮਾਰੀਆਂ ਤੋਂ ਬਚ ਸਕਦੇ ਹੋ, ਸਭ ਕੁਝ ਤੁਸੀਂ ਪੜ੍ਹਾਉਂਦੇ ਹੋ। ਜਦੋਂ ਪ੍ਰੈਕਟੀਕਲ ਆਉਂਦੀ ਜੇ ਨਾ, ਤੁਸੀਂ ਦੇਖੋਗੇ ਉਸ ਸਕੂਲ ਦੇ ਉਸ ਕਲਾਸ ਦੇ ਕੰਮ ਜੇ ਕਿਤੇ ਜਾਲਾ ਕੋਨੇ ਚ ਵੀ ਲੱਗਿਆ, ਕਿਸੇ ਨੇ ਉਸ ਵੱਲ ਨਹੀਂ ਦੇਣਾ। ਯਾਨੀ ਜੋ ਵੀ ਅਸੀਂ ਪੜ੍ਹਾ ਰਹੇ ਹਾਂ ਉਹਨੂੰ ਪ੍ਰੈਕਟੀਕੈਲਿਟੀ ਦੇ ਅੰਦਰ
ਵਸਦਾ ਨਹੀਂ, ਸਿਰਫ ਰਹੇ ਹਾਂ। ਹੂੰ ਤੇ ਜੇ ਕਿਤੇ ਗਜ਼ਬ ਜਾਏ ਕਿ ਕਿਸੇ ਵਿੱਚ ਕਿਸੇ ਥਾਂ ਤੇ ਕਹਿ ਦਿੱਤਾ ਗਿਆ ਹੋਵੇ ਕਿ ਆ ਤੁਸੀਂ ਆਪਣੇ ਆਪ ਸਾਫ਼ ਕਰਨੇ, ਤਾਂ ਤੁਸੀਂ ਸਮਝ ਸਕਦੇ ਹੋ ਸੁਰਖਣਗੀਆਂ ਸਾਡੇ ਮਤਲਬ ਟੀਵੀ, ਰੇਡੀਓ, ਸਾਰੇ ਅਖਬਾਰਾਂ ਇਸ ਸੁਰਖੀਆਂ ਕਿ ਇਹਨਾਂ ਬੱਚਿਆਂ ਤੋਂ ਬਾਲ ਮਜ਼ਦੂਰੀ ਕਰਾਈ ਗਈ, ਇਹ ਕਰਾਇਆ, ਉਹ ਕਰਾਇਆ। ਯਾਨੀ ਅਸੀਂ ਜੋ ਕੁਦਰਤੀ ਬੱਚੇ ਦਿਮਾਗ ਦੇ ਵਿਕਾਸ ਵਿੱਚ ਜਿਨ੍ਹਾਂ ਚੀਜ਼ਾਂ ਦੀ ਲੋੜ ਸੀ, ਜਿਸ ਵਿੱਚ ਉਹਦੇ ਹੱਡੀ ਜਾਣੀ ਸੀ ਇਹ ਚੀਜ਼ ਫਾਇਦਾ ਮਤਲਬ ਕੀ ਏ, ਤੇ ਹੱਥੀਂ ਕਿਰਤ ਕਰਨ ਵਾਲਾ ਕਦੇ ਵੀ ਨੀਵਾਂ ਨਹੀਂ ਹੁੰਦਾ, ਇਹ ਚੀਜ਼ਾਂ ਅਸੀਂ ਇਹਨਾਂ ਤੋਂ ਖੋਹ ਲਈਆਂ ਨੇ। ਹੂੰ 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 ਅਸੀਂ ਇੱਕ ਰਟਾਈ ਸਦੀਆਂ ਤੋਂ ਚੀਜ਼ ਬੱਚੇ ਨੂੰ ਸੇ ਗੱਲ ਇਹ ਉੱਚਾ ਤੇ ਇਹਦਾ ਉਲਟ ਨੀਵਾਂ, ਹੂੰ ਹੂੰ ਇਹ ਕਹਿੰਦੀ ਕਿ ਗੱਲ ਤੇ ਜੇ ਅਸੀਂ ਸਮਝੇ ਇਹਦੇ ਵਿੱਚ ਦੀ ਡੂੰਘੀ ਜੋ ਬੱਚੇ ਦੇ ਮਨ ਅੰਦਰ ਵਸ ਜਾਂਦੀ ਜੇ, ਉਹਦੇ ਵਿੱਚ ਉਹਨੇ ਕਹਿਣੀ ਇਹ ਜ਼ਿੰਦਗੀ ਭਰ ਜੇ ਕਹਿ ਦਿੱਤਾ ਵੀ ਆਹ ਤਾਂ ਬੜੇ ਉੱਚੀ ਪਦਵੀ ਤੇ ਹੈ, ਮਤਲਬ ਆਪਣੇ ਆਪ ਲੋ ਕਿ ਉਹਨੇ ਆਪਣੇ ਆਪ ਨੂੰ ਦਰਜਾ ਨਹੀਂ ਮੰਨਣਾ ਹੂੰ ਹੂੰ ਕਿ ਜਿਹੜਾ ਉਹਦਾ ਉਲਟ ਨੀਵਾਂ ਹੀ ਹੋਣਾ, ਮੈਂ ਨੀਵਾਂ ਬਿਲਕੁਲ ਇੰਝ ਹੀ। ਜੇ ਅਸੀਂ ਗੱਲ ਕਰਦੇ ਹਾਂ ਉਸੇ ਹੀ ਸਬਕ ਵਿੱਚ ਮਾਲਕ ਜਾਂ ਨੌਕਰ ਦੀ, ਜੀ ਹੁਣ ਇਹਦੇ ਕਿਤੇ ਵੀ ਨੌਕਰ ਜਾਂ ਉਹ ਕਰਨ ਵਾਲੇ ਦੇ ਪ੍ਰਤੀ ਬੱਚੇ ਮਨ ਵਿੱਚ ਚੰਗਾਰ ਨਹੀਂ ਆਉਂਦੇ, ਖਾਇਆ ਇਹ ਜਾਂ ਤੂੰ ਮਾਲਕ ਬਣਨਾ, ਤੇ ਜੇ ਮਾਲਕ ਹੈ ਉਲਟ ਨੌਕਰ ਦਾ ਮਤਲਬ ਹੈ ਕਿ ਉਹ ਹਮੇਸ਼ਾ ਹੀ ਨੀਵਾਂ ਰਹਿਣ ਵਾਲਾ, ਜਿਸ ਨੂੰ ਤੁਸੀਂ ਕਦੇ ਵੀ ਬਰਾਬਰੀ ਦਾ ਦਰਜਾ ਦੇਣਾ ਹੀ ਨਹੀਂ। ਜੀ ਬਿਲਕੁਲ ਅਸੀਂ ਬਜਾਏ ਇਹ ਸਮਝਾਉ ਇਹ ਦੋਨੋਂ ਜਿਹੜੇ ਇੱਕ ਦੂਜੇ ਪੂਰਕ ਨੇ, ਇੱਕ ਕੰਮ ਕਰਦਾ ਤਾਂ ਉਹ ਇਸ ਥਾਂ ਤੱਕ ਪਹੁੰਚ, ਦੂਜਾ ਕੰਮ ਕਰਦਾ ਥਾਂ ਤੱਕ ਪਹੁੰਚ ਸਕਿਆ, ਇਹਨੇ ਵਿਰਸੇ ਦੇ ਵਿੱਚ ਕੁਝ ਲਿਆ ਤਾਂ ਉਹਨੇ ਕੀ ਇਹ ਚੀਜ਼ ਲਈ ਉੱਥੇ ਤੱਕ ਸੀਮਤ ਹੈ, ਪਰ ਇਹਨੂੰ ਵਿਰਸੇ 'ਚ ਕੁਝ ਨਹੀਂ, ਮਿਹਨਤ ਨਾਲ ਇੱਥੇ ਤੱਕ ਆਉਣ ਦਾ ਜੋ ਇਹ ਹਾਸਲ ਕੀਤਾ ਹੈ, ਸਦਕਾ ਇਹ ਅਗਾਂਹ ਵੀ ਨੈਸ਼ਨਲ ਜਾਂ ਇੰਟਰਨੈਸ਼ਨਲ ਪੱਧਰ ਤੱਕ ਜਾਏਗਾ। ਸਾਡੇ ਬਹੁਤ ਸਾਰੇ ਖਿਡਾਰੀ ਨੇ ਗਰੀਬ ਵਿੱਚੋਂ ਨਿਕਲੇ ਨੇ, ਮਿਹਨਤ ਕਰਕੇ ਜਿਸ ਤਰੀਕੇ ਉਹਨਾਂ ਨੇ ਸਾਡੇ ਮੁਲਕ ਦਾ ਨਾਂ ਚਮਕਾਇਆ ਸਾਡੇ ਸਾਹਮਣੇ, ਪਰ ਰੱਜੇ ਪੁੱਜੇ ਘਰਾਂ ਦੇ ਵਿੱਚੋਂ ਕਿੰਨੀ ਕੁ ਦੇਰ ਟਿਕਣਾ ਕਰ ਸਕਦੇ ਨੇ, ਕਿਉਂਕਿ ਉਹਨਾਂ ਨੇ ਔਖਿਆਈ ਬਿਲਕੁਲ ਵੀ ਜਰਿਆ ਨਹੀਂ ਹੁੰਦਾ ਜੀ। ਸਭ ਕੁਛ ਇਸੇ ਤਰ੍ਹਾਂ ਦੇ ਸਾਨੂੰ ਬਣਾ, ਜਿੱਥੇ ਸਭ ਕੁਛ ਪ੍ਰੀ ਪ੍ਰੀਪੇਅਰਡ ਖਿਚੜੀ ਉਹਨਾਂ ਨੂੰ ਜਾਂਦੀ ਜੇ, ਤੇ ਜਿੱਥੇ ਤੱਕ ਸਾਡੇ ਇਸ ਵੇਲੇ ਕੋਈ ਪ੍ਰੋਜੈਕਟਸ ਦੀ ਗੱਲ ਕਰੀਏ ਸਕੂਲਾਂ ਦੇ ਵਿੱਚ, ਤੁਸੀਂ ਹੱਸੋਗੇ, ਮੇਰੇ ਤਾਂ ਆਪਣੇ ਵੀ ਬੱਚੇ ਉਸੇ ਸਟੇਜ ਚੋਂ ਲੰਘੇ ਨੇ ਕਿ ਸਿਵਾਏ ਇਹਨੂੰ ਕਿ ਸਾਨੂੰ ਉਹਦੇ ਤੇ 500 ਜਾਂ 800 ਰੁਪਏ ਦੇ ਕੇ ਆਏ ਸੀ ਕਿ ਇਹ ਬਣਿਆ ਬਣਾਇਆ ਪ੍ਰੋਜੈਕਟ ਯਾਨੀ ਉਸ ਇੱਕ ਦੁਕਾਨ ਤੋਂ ਮਿਲਣਾ ਜੇ ਤੇ ਜਾ ਕੇ ਫੜਾ ਦੇਣਾ ਜੇ, ਜਿਸ ਚ ਬੱਚੇ ਨੂੰ ABC ਵੀ ਪਤਾ ਨਹੀਂ ਹੁੰਦੀ, ਨਾ ਉਹਨੇ ਦੇਖਣਾ ਹੀ ਹੈ। ਇਹ ਚੀਜ਼ਾਂ ਇਸੇ ਤਰ੍ਹਾਂ ਹੀ ਹੌਲੀ ਹੌਲੀ ਵਿਗਾੜ ਵਾਲੇ ਪਾਸੇ ਜਾ ਰਹੀਆਂ ਨੇ, ਜਿੱਥੇ ਬੱਚੇ ਨੇ ਕੁਝ ਵੀ ਨਵਾਂ ਇਜਾਦ ਹੀ ਨਹੀਂ। ਹੁਣ ਇਹਦੇ ਨਾਲ ਜਿਸ ਤਰੀਕੇ ਦਾ ਕੱਟੇਗਾ, ਸੋਚੋ ਕਿ ਉਹਦਾ ਮਨ ਜਿਸ ਸਮੇਂ ਉਹ ਨਵੀਂ ਚੀਜ਼ ਬਾਰੇ ਕਿੰਤੂ ਪ੍ਰੰਤੂ ਕਰਨਾ ਸੀ, ਇਹ ਕਿਉਂ ਹੈ, ਇਹ ਕਿਵੇਂ ਹੈ, ਇਹ ਕਿੱਥੇ, ਇਹ ਚੀਜ਼ ਨੂੰ ਅਸੀਂ ਦਬਾ ਦਿੰਦੇ ਹਾਂ। ਕਲਾਸ ਦੇ ਵਿੱਚ ਜਿਹੜਾ ਪੁੱਛਦਾ ਉਹ ਝਿੜਕ ਖਾ ਕੇ ਬੈਠ ਜਾ ਕਿ ਬੱਚਿਆਂ ਵਿੱਚ ਮਜ਼ਾਕ ਦਾ ਪਾਤਰ ਬਣਦਾ ਹੈ। ਤੀਜਾ ਇਹ ਹੈ ਕਿ ਸਾਡੀ ਸਟੀ ਜੋ ਬੱਚੇ ਹੋਣੀ ਚਾਹੀਦੀ ਕਾ ਛੱਡੀ। ਘਰਾਂ ਵਿੱਚ ਵੀ ਜੇ ਬੱਚੇ ਸਵਾਲ ਕਰਨ ਵੀ ਕਰਦੇ ਨੇ ਤਾਂ ਉੱਥੇ ਵੀ ਆਪਣੇ ਪੀਣ ਕਰਨ ਜਵਾਬ ਦਿੰਦੇ ਹੀ ਨਹੀਂ, ਝਿੜਕ ਦਿੰਦੇ ਨੇ, ਜਾਂ ਬਈ ਟਿਊਸ਼ਨਾਂ 'ਚ ਜਾ ਤੇ ਟਿਊਸ਼ਨਾਂ ਵਾਲਾ ਉਹੀ ਰਟਿਆ ਦੁਹਰਾ ਦਿੰਦਾ ਜੇ। ਇਹੋ ਅਸਲ ਦੇ ਵਿੱਚ ਕਰਿਓ ਕਿ ਕਦੇ ਅਸੀਂ ਨੋਬਲ ਪ੍ਰਾਈਜ਼ ਤੱਕ ਸਾਡੇ ਦੇ ਵਿੱਚੋਂ ਕੋਈ ਬੰਦਾ ਪਹੁੰਚਿਆ, ਜਾਂ ਸਾਡੇ ਮੁਲਕ ਦੀ ਖੋਜ ਕੋਈ ਅਜਿਹੀ ਸਾਹਮਣੇ ਆਈ ਜਿਹੜੀ ਵਿਸ਼ਵ ਪੱਧਰ ਤੇ ਜਿਸ ਨੂੰ ਅਸੀਂ ਬਹੁਤ ਉੱਚਾ ਦੇ ਦਿੱਤਾ ਗਿਆ ਹੋਵੇ ਜਾਂ ਉਹ ਪ੍ਰਮਾਣਿਤ ਹੋ ਚੁੱਕੀ ਹੋਵੇ ਵਿੱਚ ਵੀ ਹੋਇਆ। ਪਰ ਅੱਜ ਦੇ ਦਿਨ ਅਸੀਂ ਅਜਿਹੀ ਸੋਚ ਨੂੰ ਪਨਪ ਹੀ ਨਹੀਂ ਦੇ ਰਹੇ ਕਿਉਂਕਿ ਸਾਡੇ ਬੱਚੇ ਜੋ ਜਿਸ ਤਰੀਕੇ ਟਿਊਬ ਦੇ ਵਿੱਚ ਵਾੜ ਕੇ ਧੱਕ ਕੇ ਅਸੀਂ ਅਗਾਂਹ ਕੱਢ ਦਿੰਦੇ ਹਾਂ, ਉਹ ਸਿਰਫ ਇੰਚ ਪਾਲਦੇ ਨੇ, ਵਿਆਹ ਕਰਨਾ, ਕਮਾਉਣਾ, ਉਸ ਲਈ ਭਾਵੇਂ ਭੱਜ ਕੇ ਦੂਜੇ ਮੁਲਕ ਵਿੱਚ ਚਲੇ ਜਾਓ ਤੇ ਸਿਰਫ ਆਪਣੀ ਵਧੀਆ ਇੱਕ ਵੱਡੀ ਕਾਰ ਲੈ, ਨੌਕਰ
ਨੰਬਰ ਰੱਖਣੇ ਨੇ ਤੇ ਫਿਰ ਆਪਣੀ ਟੌਰ ਹੋ ਜਾਣੀ ਹੈ, ਖਤਮ। ਇਹ ਸੀਮਤ ਹੋ ਰਿਹਾ ਜੇ ਬੱਚਿਆਂ ਵਿੱਚ, ਸੋਚ ਸੀਮਤ। ਹੂੰ ਹੁਣ ਕੀ ਨਿੱਕੀ ਜਿਹੀ ਐਗਜ਼ਾਮਪਲ ਦਿੰਨੀ ਆ ਕਿ ਪੈਸੇ ਹਨ ਤਾਂ ਇਹਦਾ ਮਤਲਬ ਮੈਂ ਵੱਡੀ ਕਾਰ ਲੈ ਸਕਦਾ। ਮੈਂ ਕਿਹਦੀ ਸੋਚ ਦੱਸਦੀ ਆ। ਮੇਰੇ ਕੋਲ ਕੋਈ ਕਮੀ ਨਹੀਂ, ਮੈਂ ਜਿੰਨਾ ਮਰਜ਼ੀ ਖਰਚ ਸਕਦਾ, ਉਡਾ ਸਕਦਾ। ਇਹ ਸਭ ਮੈਨੂੰ ਮੇਰੀ ਕਿਸਮਤ ਹੈ ਤੇ ਮੈਂ ਆਪਣੀ ਮਿਹਨਤ ਦੇ ਕਮਾਏ ਨੇ ਜੋ ਮੇਰੇ ਹੀ ਪਿਓ ਵੱਲੋਂ ਮਿਲੇ, ਮੈਂ ਅੱਗੇ ਸਭ ਕਰ ਸਕਦਾ। ਹੁਣ ਬੱਚੇ ਨੂੰ ਜੇ ਸਮਝਾਇਆ ਹੋਵੇ ਸਕੂਲ ਦੇ ਦੌਰਾਨ, ਇਹ ਉਹਦੇ ਹੱਥੀਂ ਐਕਸਪੈਰੀਮੈਂਟ ਕਰਵਾਇਆ ਹੋਵੇ ਕਿ ਕਾਕਾ ਇਹ ਪੈਟਰੋਲ ਬਣਨ ਲਈ, ਜੋ ਕਿ ਆਦਮੀ ਅਜੇ ਬਣਾ ਨਹੀਂ ਸਕਿਆ, ਸੀਮਤ ਰਿਸੋਰਸਿਸ ਨੇ, ਮੁੱਕ ਸਕਦੇ ਨੇ ਤੇ ਮੁੱਕਣ ਤੋਂ ਬਾਅਦ ਕੋਈ ਵੀ ਇਸ ਧਰਤੀ ਤੇ ਬਚਣ ਨਹੀਂ ਲੱਗਿਆ। ਬਿਲਕੁਲ ਇੰਝ ਹੀ ਪਾਣੀ ਜਿਹੜਾ ਕਰਦੇ ਨੇ ਅੱਜ ਦੇ ਦਿਨ ਘਰਾਂ ਦੇ ਵਿੱਚ, ਕਿ ਕਾਰਾਂ ਧੋਣੀਆਂ ਨੇ, ਫਰਸ਼ ਧੋਣੇ ਨੇ, ਘੰਟਿਆਂ ਬੱਧੀ ਪਾਣੀ ਵਗਦਾ। ਜੇ ਉਸੇ ਘਰ ਬੱਚਾ ਇਸ ਸਕੂਲੋਂ ਆਇਆ ਹੋਵੇ, ਪਾਣੀ ਸੀਮਤ ਮਾਤਰਾ ਵਿੱਚ ਜੇ ਇਸ ਦੇ ਖਤਮ ਹੁੰਦੇ ਸਾਰ ਕੋਈ ਵੀ ਬਚਣ ਨਹੀਂ ਲੱਗਿਆ ਤੇ ਅਸੀਂ ਵੀ ਜਿਹੜਾ ਇਹ ਪਾਣੀ ਰੋੜ ਰਹੇ ਹਾਂ, ਅਸੀਂ ਉਹਦੇ ਵਿੱਚ ਆਪਣਾ ਵੀ ਰਿਸੋਰਸ ਖਤਮ ਕਰ, ਤਾਂ ਉਹ ਬੱਚਾ ਹੋਣ ਵਾਲੀ ਚੀਜ਼ ਨੂੰ ਰੋਕੇਗਾ। ਬਿਲਕੁਲ ਇੰਝ ਹੀ ਬਿਜਲੀ ਦੀ ਖਪਤ ਹੋਵੇ, ਇੰਝ ਹੀ ਕਿਸੇ ਵੀ ਚੀਜ਼ ਦੀ, ਯਾਨੀ ਜਦੋਂ ਉਹਨੂੰ ਪਤਾ ਹੋਏਗਾ ਕਿ ਇਹ ਰਿਸੋਰਸਿਸ ਸੀਮਤ ਨੇ ਤਾਂ ਉਹ ਬਿਲਕੁਲ ਜ਼ਾਇਆ ਕਰਨ ਤੋਂ ਗੁਰੇਜ਼ ਕਰੇਗਾ। ਸਕੂਲਾਂ ਘੰਟੇ ਏਸੀ ਚੱਲਦੇ, 20 ਘੰਟੇ ਬਿਜਲੀਆਂ ਜਗਦੀਆਂ, ਪੱਖੇ ਚੱਲਦੇ, ਉਹਦਾ ਕੰਮ ਹੋਏਗਾ ਕਿ ਉਹ ਰੋਕੇਗਾ। ਹਰ ਬੱਚਾ ਤਿਆਰ ਹੋਏਗਾ ਕਿ ਮੇਰੀ ਡਿਊਟੀ ਹੈ, ਮੈਂ ਇਹ ਬੰਦ ਕਰਾਂ, ਮੈਂ ਜਦੋਂ ਵੱਡਾ ਹੋਵਾਂ ਇਹ ਚੀਜ਼ਾਂ ਮਿਲ ਸਕਣ ਜਾਂ ਮੇਰੇ ਬੱਚਿਆਂ ਲਈ ਇਹ ਬਚ ਸਕਣ, ਨਹੀਂ ਤਾਂ ਅਸੀਂ ਸਾਰੇ ਇਹ ਰਿਸੋਰਸ ਕਰ ਦੇਵਾਂਗੇ। ਹੁਣ ਇਸੇ ਤਰ੍ਹਾਂ ਹਰ ਬੱਚੇ ਨੂੰ ਜੇ ਸਕੂਲ ਵਿੱਚ ਇੱਕ ਇੱਕ ਬੂਟਾ ਦੇ ਦੇ ਕਿ ਬੱਚੇ ਤੂੰ ਇਹਨੂੰ ਪਾਲਣਾ, ਤੂੰ ਇਹਨੂੰ ਵੱਡਾ ਕਰਨਾ, ਤੇ ਇਹ ਤੁਹਾਡੇ ਇੱਕ ਗਰੁੱਪ ਦੀ ਡਿਊਟੀ, ਪਾਣੀ ਵੀ ਪਾਣਾ, ਇਹਦੀ ਵੀ ਕਰਨੀ ਹੈ, ਖਾਦ ਵੀ ਪਾਣਾ, ਫਿਰ ਇਹਦੇ ਲੱਗਣਗੇ ਜਿਹਦੇ ਸਭ ਤੋਂ ਖੂਬਸੂਰਤ ਹੋਣਗੇ, ਉਸ ਗਰੁੱਪ ਨੂੰ ਇਨਾਮ ਦਿੱਤਾ ਜਾਏਗਾ। ਤਾਂ ਤੁਸੀਂ ਸਮਝ ਰਹੇ ਹੋ ਕਿ ਉਹ ਬੱਚੇ ਨੂੰ ਬਿਨਾਂ ਕੁਝ ਵੀ ਸਿਖਾਇਆ ਪਤਾ ਹੈ ਮੈਂ ਵੱਢਣੇ ਨਹੀਂ, ਮੈਨੂੰ ਪਾਲਣਾ, ਤੇ ਇਹ ਜੇ ਨਹੀਂ ਤਾਂ ਇਨਸਾਨੀ ਜੀਵਨ ਹੀ ਸੰਭਵ ਨਹੀਂ ਹੈ। ਸੋ ਇਹੋ ਜਿਹੀਆਂ ਚੀਜ਼ਾਂ ਜਦੋਂ ਪ੍ਰੈਕਟੀਕਲ ਦੇ ਵਿੱਚ ਪ੍ਰੈਕਟੀਕਲ ਲਿਆਵਾਂਗੇ ਤਾਂ ਇਸ ਤਰੀਕੇ ਦੀ ਲਈ ਸਾਨੂੰ ਅੱਜ ਲੋੜ। ਮਿਸਾਲ ਵਜੋਂ ਆਦਮੀ ਦੇ ਹੋਏ ਤਾਂ ਅਸੀਂ ਬੱਚੇ ਦੇ ਨਿੱਕੇ ਜਿਹੇ ਮਨ ਵਿੱਚ ਬਿਠਾ ਦਿੰਦੇ ਹਾਂ ਕਿ ਇੱਕ ਜੰਗ ਵਿੱਢਣ ਲਈ ਨੇ, ਇਹ ਕਦੇ ਨਹੀਂ ਦੱਸਿਆ ਜਾਂਦਾ ਭਈ ਇਹ ਪੂਰਕ ਨੇ, ਇਹ ਇੱਕ ਤੋਂ ਬਗੈਰ ਦੂਜਾ ਸੰਭਵ ਹੀ ਨਹੀਂ ਹੈ। ਹੁਣ ਸਾਡੇ ਬੱਚੇ 63 ਦਿਨਾਂ ਦੇ ਵਿੱਚੋਂ ਇੱਕ ਦਿਨ 15 ਅਗਸਤ ਲਈ ਖੜੇ ਹੋ, ਬਾਕੀ 364 ਦਿਨ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦੀ ਸ਼ਬਦਾਵਲੀ ਆਪਣੀ, ਕਿਉਂਕਿ ਅਸੀਂ ਸਮਝਾ ਹੀ ਨਹੀਂ ਸਕੇ ਕਿ ਵੱਡੇ ਵੱਡੇ ਜੋ ਜੀ ਹਜ਼ੂਰੀ ਵਿੱਚੋਂ ਜਾਂ ਗੁਲਾਮੀ ਵਿੱਚੋਂ ਕਿਸ ਤਰੀਕੇ ਨਿਕਲੇ ਸਨ, ਤੇ ਕੀ ਹੁੰਦਾ ਜੇ ਗੁਲਾਮੀ ਦੇ ਵਿੱਚ ਜੀਣਾ। ਇਹ ਚੀਜ਼ਾਂ ਜੇ ਉਹਨਾਂ ਦੇ ਹੱਡੀ ਰਚ ਗਈਆਂ ਹੁੰਦੀਆਂ, ਕੀ ਮਜਾਲ ਏ 364 ਦਿਨ ਵੀ ਆਪਣੇ ਮੁਫੇਰੇ ਦਿਸਦੀ ਗੰਦਗੀ ਵਿੱਚ ਸਾਫ਼ ਕਰਨ ਵਿੱਚ ਆਪਣਾ ਰੋਲ ਨਾ ਨਿਭਾਉਣ, ਕਿਉਂਕਿ ਉਹਨਾਂ ਨੂੰ ਮੋਹ ਹੋਏਗਾ ਆਪਣੇ ਮੁਲਕ ਨਾਲ ਕਿ ਇਹੀ ਜਿਹਦੇ ਵਿੱਚ ਮੇਰੇ ਵੱਡੇ ਵਡੇਰਿਆਂ ਦਾ ਲਹੂ ਡੁੱਲਿਆ ਹੋਇਆ ਹੈ। ਭਾਰਤ ਉਹ ਲਗਾਓ ਅਸੀਂ ਪੈਦਾ ਹੀ ਨਹੀਂ ਕਰ ਸਕੇ, ਸਗੋਂ ਚੁਫੇਰਿਓਂ ਖਬਰਾਂ ਰਾਹੀਂ ਬੱਚਿਆਂ ਦੇ ਮਨਾਂ ਵਿੱਚ ਵੀਜ਼ ਵਸ ਚੁੱਕੀ ਹੈ ਇਹ ਮੁਲਕ ਬਹੁਤ ਖਰਾਬ ਹੈ, ਤੋਂ ਭੱਜ ਲਓ, ਅਸੀਂ ਬਾਹਰ ਜਾਵਾਂਗੇ ਤਾਂ ਤਰੱਕੀ ਕਰ ਸਕਾਂਗੇ, ਨਹੀਂ ਸਕਦੇ। ਇਹ ਸੋਚ ਸਾਡੇ ਬੱਚੇ ਦੇ ਮਨਾਂ ਨਹੀਂ, ਜਿੱਥੇ ਉਹਨਾਂ ਦਾ ਇੱਕ ਵੀ, ਜਿਵੇਂ ਹੁਣ ਮੈਨੂੰ ਬਹੁਤ ਚੰਗਾ ਲੱਗਿਆ ਇਹ ਗੱਲ ਕੱਲ ਸੁਣ ਕੇ ਕਿ ਉਹਨਾਂ ਦਾ ਹੁਨਰ ਜਾਏ। ਸਾਡੇ ਬੱਚੇ ਹੁਨਰਮੰਦ ਨੇ, ਨਹੀਂ ਹੈ ਕਿ ਹੁਨਰ ਸਾਡੇ ਬੱਚਿਆਂ 'ਚ ਨਹੀਂ ਹੈ, ਇੱਥੋਂ ਹੀ ਜਾ ਕੇ ਬਾਹਰ ਗੁਰਲੇ ਮੁਲਕਾਂ ਵਿੱਚੋਂ ਕਮਾਲ ਕਰ ਰਹੇ ਨੇ। ਜੀ ਬਿਲਕੁਲ, ਇਸੇ ਹੀ ਗੱਲ ਤੇ ਆਪਾਂ ਬਣਾਂਗੇ ਜੀ ਕਿ ਸਾਡੇ ਬੱਚਿਆਂ ਦਾ ਹੁਨਰ ਪਛਾਣਿਆ ਗਿਆ, ਸਾਡੇ ਹੀ ਉਹ ਬੱਚੇ ਨੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਵੱਖਰੇ ਵਰਗਾਂ ਦੇ ਵਿੱਚ ਕੰਮ ਕਰ ਰਹੇ ਨੇ। ਹੁਣੇ ਤੁਹਾਨੂੰ ਦੱਸ ਦੇਵਾਂ ਕਿ ਪ੍ਰੋਗਰਾਮ ਦੇ ਦੌਰਾਨ ਕੁਝ ਤਕਨੀਕੀ ਕਾਰਨਾਂ ਕਰਕੇ
ਕੁਝ ਕੁ ਪ੍ਰੋਬਲਮਸ ਆਈ ਜਿਸ ਦੇ ਕਰਕੇ ਡਾਕਟਰ ਹਰਸ਼ਿੰਦਰ ਕੌਰ ਆਪਣੇ ਨਾਲ ਵੀਡੀਓ ਦੇ ਜ਼ਰੀਏ ਰਾਬਤਾ ਨਹੀਂ ਬਣਾ ਸਕਣਗੇ, ਪਰ ਟੌਪਿਕ ਬਹੁਤ ਅਹਿਮ ਹੈ, ਇਸ ਲਈ ਆਪਾਂ ਉਹਨਾਂ ਦੀ ਆਡੀਓ ਦੇ ਜ਼ਰੀਏ ਗੱਲਬਾਤ ਫੋਨ ਰਾਹੀਂ ਜ਼ਰੂਰ ਕਰਾਂਗੇ, ਕਿਉਂਕਿ ਅੱਜ ਦਾ ਟੌਪਿਕ ਸਾਡੇ ਬੱਚਿਆਂ ਦੇ ਨਾਲ ਰਿਲੇਟਡ ਹੈ, ਬਹੁਤ ਜ਼ਿਆਦਾ ਅਹਿਮ ਹੈ। ਜਿਸ ਤਰੀਕੇ ਦੇ ਨਾਲ ਮੈਮ ਗੱਲਬਾਤ ਦੱਸ ਰਹੇ ਸੀ ਕਿ ਉਹ ਚੀਜ਼ਾਂ ਜੋ ਅਸੀਂ ਆਪਣੇ ਸਮੇਂ ਦੇ ਵਿੱਚ ਸਕੂਲਾਂ 'ਚ ਕਰਦੇ ਸੀ, ਭਾਵੇਂ ਸਕੂਲ ਦੀ ਸਫਾਈ ਨੂੰ ਲੈ ਕੇ ਹੋਵੇ, ਭਾਵੇਂ ਸਕੂਲ ਦੇ ਵਿੱਚ ਕੈਂਪ ਲੱਗਦੇ ਸੀ, ਕਿਸ ਤਰੀਕੇ ਦੇ ਨਾਲ ਸਾਰੇ ਬੱਚੇ ਸ਼ਮੂਲੀਅਤ ਕਰਦੇ ਸੀ, ਅੱਜ ਉਹ ਚੀਜ਼ਾਂ ਵੇਖਣ ਨੂੰ ਨਹੀਂ ਮਿਲੀਆਂ। ਬਲਕਿ ਮਾਪੇ ਖੁਦ ਕਹਿੰਦੇ ਨੇ ਕਿ ਸਾਡੇ ਬੱਚਿਆਂ ਤੋਂ ਤਾਂ ਜੀ ਕੰਮ ਕਰਾਇਆ ਜਾ ਰਿਹਾ, ਸਾਡੇ ਬੱਚੇ ਉੱਥੇ ਪੜ੍ਹਨ ਜਾਂਦੇ ਨੇ, ਕੰਮ ਥੋੜਾ ਕਰਨ ਜਾਂਦੇ ਨੇ, ਪਰ ਇਹਨਾਂ ਸਿੱਖਿਆਵਾਂ ਦਾ ਬੱਚੇ ਲਈ ਬਹੁਤ ਜ਼ਿਆਦਾ ਅਹਿਮ ਯੋਗਦਾਨ ਹੈ। ਬੱਚੇ ਨੂੰ ਇਹਨਾਂ ਚੀਜ਼ਾਂ ਦਾ ਬੇਹੱਦ ਪਤਾ ਹੋਣਾ ਜ਼ਰੂਰੀ ਹੈ ਕਿ ਸਾਡੀ ਜ਼ਿੰਦਗੀ ਦਾ ਇਹ ਹਿੱਸਾ ਨੇ, ਭਾਵੇਂ ਸਾਫ਼ ਸਫਾਈ ਨੂੰ ਲੈ ਕੇ ਹੋਵੇ, ਭਾਵੇਂ ਗੱਲਬਾਤ ਕਰਨ ਦੇ ਢੰਗ ਨੂੰ ਲੈ ਕੇ ਹੋਵੇ, ਭਾਵੇਂ ਆਪਣੀ ਡਰੈਸ ਸੈਂਸ ਨੂੰ ਲੈ ਕੇ ਹੋਵੇ, ਭਾਵੇਂ ਆਪਣੀ ਸਾਫ਼ ਸਫਾਈ ਨੂੰ ਲੈ ਕੇ ਗੱਲ ਹੋਵੇ। ਤਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਗਿਆਨ ਦੇ ਨਾਲ 15 ਅਗਸਤ 26 ਜਨਵਰੀ ਜਾਂ ਹੋਰ ਜਿਹੜੇ ਵੀ ਦਿਹਾੜੇ ਅਸੀਂ ਸੈਲੀਬ੍ਰੇਟ ਕਰਦੇ ਆ, ਉਹਨਾਂ ਦਾ ਪਤਾ ਹੋਣਾ ਬੱਚੇ ਨੂੰ ਜ਼ਰੂਰੀ ਹੈ। ਤੇ ਉੱਥੇ ਹੀ ਪਤਾ ਲੱਗਦਾ ਹੈ ਜਦੋਂ ਸਕੂਲਾਂ ਦੇ ਵਿੱਚ ਇਹਨਾਂ ਦਿਹਾੜਿਆਂ ਨੂੰ ਮਨਾਇਆ ਜਾਂਦਾ ਤੇ ਬੱਚਿਆਂ ਨੂੰ ਦੱਸਿਆ ਜਾਂਦਾ ਹੈ ਕਿ ਆਜ਼ਾਦੀ ਅਸੀਂ ਕਿਸ ਤਰੀਕੇ ਦੇ ਨਾਲ ਹਾਸਲ ਕੀਤੀ, ਸਾਡੇ ਪੁਰਖਿਆਂ ਨੇ ਕਿਸ ਤਰੀਕੇ ਦੇ ਨਾਲ ਕੁਰਬਾਨੀਆਂ ਕੀਤੀਆਂ। 26 ਜਨਵਰੀ ਦਾ ਸਾਡੇ ਭਾਰਤ ਦੇ ਇਤਿਹਾਸ ਦੇ ਵਿੱਚ ਆਖਿਰਕਾਰ ਕੀ ਦਿਨ ਹੈ, ਕੀ ਦਾ ਇਤਿਹਾਸ ਹੈ। ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਸਾਂਝੇ ਕਰ ਰਹੇ ਹਾਂ, ਪਰ ਫਿਲਹਾਲ ਬ੍ਰੇਕ ਤੋਂ ਪਹਿਲਾਂ ਜਿਹੜੀ ਗੱਲ ਕਰ ਰਹੇ ਸੀ ਉਹ ਇਹ ਸੀ ਕਿ ਮੁੱਖ ਮੰਤਰੀ ਪੰਜਾਬ ਨੇ ਆਖਿਰਕਾਰ ਬੱਚਿਆਂ ਦਾ ਹੁਨਰ ਪਛਾਣਨ ਦੀ ਗੱਲ ਕਹਿ ਹੀ ਦਿੱਤੀ ਹੈ ਕਿ ਬੱਚਿਆਂ ਦਾ ਵੀ ਹੁਨਰ ਜਿਹੜਾ ਪਛਾਣਨਾ ਬਣਦਾ ਹੈ, ਕਿਉਂਕਿ ਬਾਹਰਲੀਆਂ ਸਰਕਾਰਾਂ, ਬਾਹਰਲੇ ਦੇਸ਼ਾਂ ਦੀਆਂ ਜਿੰਨੀਆਂ ਵੀ ਸਰਕਾਰਾਂ ਨੇ, ਉਹਨਾਂ ਨੂੰ ਪਤਾ ਹੈ ਕਿ ਭਾਰਤ ਦੇ ਵਿੱਚ ਬਹੁਤ ਹੀ ਜ਼ਿਆਦਾ ਹੁਨਰਮੰਦ ਬੱਚੇ ਰਹਿੰਦੇ ਨੇ, ਇਸ ਲਈ ਉਹ 12ਵੀਂ ਤੋਂ ਬਾਅਦ ਹੀ ਆਪਣੇ ਯੂਨੀਵਰਸਿਟੀਆਂ ਦੇ ਵਿੱਚ, ਆਪਣੇ ਕਾਲਜਾਂ ਦੇ ਵਿੱਚ ਬੱਚਿਆਂ ਨੂੰ ਐਡਮਿਸ਼ਨ ਦੇਣ ਦੇ ਲਈ ਸੱਦ ਲੈਂਦੇ ਨੇ ਤੇ ਉੱਥੇ ਜਾ ਕੇ ਸਾਡਾ ਬੱਚੇ ਵੀ ਆਪਣਾ ਭਵਿੱਖ ਸਵਾਰਦੇ ਨੇ, ਸ਼ਿੰਗਾਰਦੇ ਨੇ, ਉਹਨਾਂ ਨੂੰ ਚੰਗੇ ਕੰਮਕਾਜ ਮਿਲ ਜਾਂਦੇ ਨੇ, ਚੰਗੇ ਫੀਲਡ ਦੇ ਵਿੱਚ ਉਹ ਕੰਮ ਕਰਦੇ ਨੇ। ਪਰ ਜੇ ਉਹੀ ਚੀਜ਼ਾਂ ਪੰਜਾਬ ਦੇ ਵਿੱਚ ਵੀ ਲੋਕਾਂ ਨੂੰ ਮਿਲਣੀਆਂ ਸ਼ੁਰੂ ਹੋ ਜਾਣ ਤਾਂ ਕੀ ਲੋੜ ਹੈ ਉਹਨਾਂ ਨੂੰ 7 ਸਮੁੰਦਰ ਪਾਰ ਜਾਣ ਦੀ, ਆਪਣੇ ਮਾਪੇ ਛੱਡ ਕੇ, ਆਪਣੇ ਭੈਣ ਭਰਾ ਛੱਡ ਕੇ, ਆਪਣੇ ਰਿਸ਼ਤੇਦਾਰ ਛੱਡ ਕੇ। ਸੋ ਇਸੇ ਟੌਪਿਕ ਤੇ ਬਣੇ ਹੋਏ ਆ ਜੀ ਮੈਮ। ਜੀ ਬਿਲਕੁਲ, ਦੇਖੋ ਨਾ, ਜਿਸ ਬੱਚੇ ਦਾ ਤੁਹਾਨੂੰ 6ਵੀਂ ਜਾਂ 7ਵੀਂ ਜਮਾਤ ਵਿੱਚ ਹੀ ਪਤਾ ਲੱਗ ਚੁੱਕਾ ਕਿ ਇਹ ਕਮਾਲ ਦੇ ਖੋਜ ਕਰ ਰਿਹਾ ਹੈ ਜਾਂ ਸਾਇੰਸ ਦੇ ਵਿੱਚ ਇਹਦੀ ਜੋ ਸਮਝ ਹੈ ਉਹ ਬਾਕੀਆਂ ਨਾਲੋਂ ਕਈ ਗੁਣਾ ਵੱਧ ਹੈ, ਤਾਂ ਉਹਦੇ ਲਈ ਕੋਈ ਮਤਲਬ ਨਹੀਂ ਕਿ ਉਹਨੇ 10ਵੀਂ ਜਮਾਤ ਤੱਕ ਅੰਗਰੇਜ਼ੀ ਤੇ ਪੰਜਾਬੀ ਜਾਂ ਹਿੰਦੀ ਰੱਟਣੀ ਜਾਂ ਉਹਨੇ, ਕੋਈ ਮਤਲਬ ਨਹੀਂ ਹੈ ਉਹਦੇ ਲਈ। ਉਹਨੂੰ ਆਪਣੀ ਜਿਹੜੀ ਵੀ ਉਸਨੂੰ ਜਿਸ ਤਰ੍ਹਾਂ ਦੀ ਲੈਬੋਰੇਟਰੀ ਦੀ ਲੋੜ ਹੈ, ਜਿਸ ਤਰ੍ਹਾਂ ਦੀ ਖੋਜ ਕਰਨੀ ਚਾਹ ਰਿਹਾ, ਜੇ ਉਸੇ ਪਾਸੇ ਬੱਚੇ ਨੂੰ ਅਗਾਂਹ ਤੋੜ ਦਿੱਤਾ ਜਾਵੇ ਤਾਂ ਯਕੀਨਨ ਉਹ ਬੱਚਾ ਬਹੁਤ ਕਮਾਲ ਕਰ ਸਕੇਗਾ। ਤਾਂ ਇਹੋ ਜਿਹੀ ਸਾਡੀ ਜੋ ਹੁਣ ਤਬਦੀਲੀ, ਜਿਸ ਵਿੱਚ ਸਾਡੇ ਬੱਚੇ, ਖਿਮਾ ਕਰਿਓ, ਅਜੇ ਤੱਕ ਅਸੀਂ ਉਹਨਾਂ ਨੂੰ ਵਹਿਮਾਂ ਭਰਮਾਂ ਤੋਂ ਹੀ ਬਾਹਰ ਨਹੀਂ ਨਿਕਲਣ ਦਿੰਦੇ ਕਿ ਪਾਸ ਹੋਣਾ ਤਾਂ ਭਾਈ ਮੱਥੇ ਟੇਕ ਕੇ ਜਾ ਤਾਂ ਹੀ ਪਾਸ ਹੋਣਾ। ਯਾਨੀ ਉਹਨੂੰ ਪਤਾ ਹੈ ਬੱਚੇ ਨੂੰ ਕਿ ਮੈਨੂੰ ਮਿਹਨਤ ਕਰਨ ਦੀ ਲੋੜ ਨਹੀਂ, ਅਖੀਰੀ ਦਿਨ ਰੱਬ ਨੂੰ ਆਪਾਂ, ਮੇਰੀ ਮਾਂ ਜਾਂ ਪਿਓ ਪੈਸੇ ਟੇਕ ਦੇਣਗੇ, ਸਲਾਮ ਮਾਰ ਦੇਣਗੇ, ਜਾਂ ਮੇਰੇ ਟੀਚਰ ਨੂੰ ਫੋਨ ਚਲਾ ਜਾਏਗਾ, ਮੇਰਾ ਇੰਨਾ ਕੁ ਰੁਤਬਾ ਹੈ ਮੇਰੇ ਪਿਓ ਦਾ ਕਿ ਮੈਂ ਫੇਲ ਨਹੀਂ ਹੋਣ ਲੱਗਾ। ਤਾਂ ਇਹ ਬੱਚੇ ਦਾ ਕਿਰਦਾਰ ਕਿਹੋ ਜਿਹਾ ਹੋਏਗਾ, ਕਿਹੋ ਜਿਹੀ ਸੋਚ ਹੋਏਗੀ, ਕਿਸ ਤਰੀਕੇ ਦਾ ਉਹਨੇ ਅਗਾਂਹ ਵਧਣ ਬਾਰੇ ਸੋਚਣਾ। ਸੋ ਅਜੇ ਜੇ ਬੱਚੇ ਨੂੰ ਸਿਰਫ ਕਿ ਮੈਂ ਦੀਵਾ ਹੀ ਬਾਲ ਕੇ ਤੇ ਮੈਂ ਮੱਥਾ ਹੀ ਟੇਕ ਲਵਾਂਗਾ ਤੇ ਮੈਂ ਪਾਸ ਹੋ ਜਾਵਾਂਗਾ, ਇਹ ਬੱਚੇ ਜ਼ਿੰਦਗੀ ਵਿੱਚ ਤਰੱਕੀ ਨਹੀਂ ਕਰ ਸਕਦੇ। ਹੁਣ ਦੂਜੇ ਪਾਸੇ ਅਸੀਂ ਇਹਨਾਂ ਨੂੰ ਇਹ ਤਾਂ ਸਿਖਾ ਦਿੱਤਾ ਕਿ ਇਹ ਚੀਜ਼ ਗਲਤ ਹੈ, ਤੁਸੀਂ ਬੋਲਣਾ। ਬਿਲਕੁਲ, ਇਹ ਅਸੀਂ ਬਹੁਤ ਸਾਰੇ ਸਕੂਲਾਂ 'ਚ ਸਾਡੇ ਬੱਚੇ ਇਹ ਸੋਚ ਕੇ ਹੀ ਆਉਂਦੇ ਨੇ, ਇਹ ਮੇਰਾ ਹੱਕ ਹੈ, ਇਹ ਗਲਤ ਹੈ। ਇਹ ਤੁਸੀਂ ਸੁਣਦੇ ਵੀ ਹੋ ਤੇ ਬਹੁਤ ਸਾਰੀਆਂ ਥਾਵਾਂ ਤੇ ਬੱਚੇ ਤੇ ਬੱਚੀਆਂ ਜਾਗ ਚੁੱਕੇ ਨੇ, ਆਵਾਜ਼ ਚੁੱਕਦੇ ਨੇ। ਪਰ ਮੈਨੂੰ ਤੁਸੀਂ ਹੀ ਦੱਸੋ ਕਿਤੇ ਇੱਕ ਵਿਰਲਾ ਐਗਜ਼ਾਮਪਲ ਕੋਈ ਮਿਲਦਾ ਹੋਏ ਜਿਹੜਾ ਸਿਵਾਏ ਇਸ ਦੇ ਨੁਕਤਾਚੀਨੀ ਕਰਨ ਦੇ ਇਹ ਵੀ ਗੱਲ ਕਰੇ ਕਿ ਇਹ ਇਸ ਤਰ੍ਹਾਂ ਸੁਧਾਰਿਆ ਜਾ ਸਕਦਾ। ਮੈਂ ਇਹਨੂੰ ਸੁਧਾਰਨ ਦੇ ਕਦਮ ਪੁੱਟ ਰਿਹਾ, ਅਸੀਂ ਆਹ ਗਰੁੱਪ ਬਣਾਇਆ, ਅਸੀਂ ਇਹਨੂੰ ਠੀਕ ਕਰਾਂਗੇ, ਇਹ ਗੰਦਗੀ ਹੈ, ਇਹਨੂੰ ਸਫਾਈ ਕਰੋ। ਤਾਂ ਉਹ ਸਫਾਈ ਕਰਨ ਕੌਣ ਆਵੇ? ਇਹ ਸਾਡੇ ਮਨ ਵਿੱਚ ਤਾਂ ਬਾੜ ਦਿੱਤਾ ਗਿਆ ਕਿ ਆਹ ਲੈਵਲ ਦਾ ਬੰਦਾ ਹੀ ਆਏਗਾ, ਇਸੇ ਨੇ ਸਫਾਈ ਕਰਨੀ ਹੈ, ਅਸੀਂ ਚੁੱਕਿਆ, ਅਸੀਂ ਭਿੱਟ ਜਾਵਾਂਗੇ। ਇਹ ਚੀਜ਼ਾਂ ਨੇ ਜਿਹੜੀ ਸਾਨੂੰ ਮੁਲਕ ਦੇ ਪ੍ਰਤੀ ਉਹ ਪਿਆਰ, ਉਹ ਮੁਹੱਬਤ, ਉਹ ਜਜ਼ਬਾ ਪੈਦਾ ਨਹੀਂ ਹੋਣ ਦਿੰਦੀਆਂ। ਜੇ ਬਾਹਰਲੇ ਮੁਲਕਾਂ ਵਿੱਚ ਜਾ ਕੇ ਅਸੀਂ ਉੱਥੇ ਸਫਾਈ ਆਪ ਕਰ ਸਕਦੇ ਹਾਂ ਤਾਂ ਇਹ ਸੋਚ ਸਾਡੇ ਬੱਚਿਆਂ ਵਿੱਚ ਮਨਫੀ ਕਿਉਂ ਹੈ? ਕਿਉਂਕਿ ਅਸੀਂ ਇਹੋ ਜਿਹੀ ਸੋਚ ਉਹਨਾਂ ਵਿੱਚ ਉਜਾਗਰ ਕਰ ਹੀ ਨਹੀਂ ਸਕੇ। ਮੈਂ ਬਹੁਤ ਅਹਿਮ ਨੁਕਤਾ ਇੱਕ ਗੱਲ ਕਰਨਾ ਚਾਹਾਂਗੀ, ਜਿਹੜਾ ਹੈ ਮਾਂ ਬੋਲੀ ਦਾ।
ਸਾਡੇ ਲਗਭਗ ਜੋ ਇਸ ਵੇਲੇ ਜਿਹੜੇ ਵੀ ਰਿਸੋਰਸਿਸ ਰਾਹੀਂ ਜੋ ਸਾਹਮਣੇ ਆ ਚੁੱਕੀ ਚੀਜ਼, ਸਾਡੇ ਤਾਂ 99% ਮਾਪੇ ਇਹ ਕਹਿੰਦੇ ਦਿਸਦੇ ਨੇ ਕਿ ਇਹਨੇ ਜੀ ਵਿਸ਼ਵ ਪੱਧਰੀ ਜੇ ਪਹੁੰਚਣਾ ਹੈ, ਕਿਤੇ ਜਾਣਾ ਹੈ, ਤਾਂ ਸਿਰਫ ਅੰਗਰੇਜ਼ੀ ਹੀ ਲਿਜਾ ਸਕਦੀ ਹੈ। ਸ਼ਾਇਦ ਫਰਾਂਸੀਸੀ ਕਦੇ ਅਗਾਂਹ ਨਾ ਲੰਘਦੇ, ਜਰਮਨ ਕਦੇ ਅਗਾਂਹ ਨਾ ਲੰਘਦੇ। ਇਹਦਾ ਮਤਲਬ ਇਹ ਹੈ ਕਿ ਮਾਂ ਬੋਲੀ ਸਿੱਖਣ ਨਾਲ ਕਿਤੇ ਵੀ ਕੋਈ ਕਿਸੇ ਚੀਜ਼ ਤੋਂ ਵੰਚਿਤ ਨਹੀਂ ਰਹਿੰਦਾ। ਮਾਂ ਬੋਲੀ ਸਿੱਖਣੀ ਦਾ ਮਤਲਬ ਹੈ ਤੁਹਾਡਾ ਆਪਣਾ ਪਿਛੋਕੜ ਤਗੜਾ ਰਹਿੰਦਾ, ਤੁਹਾਡੀਆਂ ਜੜ੍ਹਾਂ ਤਗੜੀਆਂ ਰਹਿੰਦੀਆਂ, ਤੇ ਜਿਹੜਾ ਮਾਂ ਬੋਲੀ ਵਿੱਚ ਪਰਪੱਕ ਹੋਵੇ ਉਹ 20 ਹੋਰ ਜ਼ਬਾਨਾਂ, ਉਹਨਾਂ ਵਿੱਚ ਰਚਿਆ ਸਾਹਿਤ, ਉਹਨਾਂ ਵਿੱਚ ਰਚੀ ਖੋਜ, ਸਭ ਕੁਝ ਸੌਖਿਆਂ ਜਜ਼ਬ ਕਰ ਲੈਂਦਾ। ਇਹ ਵੇਖੀ ਜਾ ਚੁੱਕੀ ਕਿ ਅੰਗਰੇਜ਼ੀ ਵਿੱਚ ਵੀ ਜਿਹੜੀ ਲਿਖੀ ਖੋਜ ਜਦੋਂ ਟੀਚਰ ਉਹਨੂੰ ਮਾਂ ਬੋਲੀ ਵਿੱਚ ਸਮਝਾਉਂਦੀ, ਜੇ ਬੱਚਾ ਛੇਤੀ ਪਕੜ ਵਿੱਚ ਲੈਂਦਾ, ਛੇਤੀ ਉਹ ਜ਼ਬਾਨ ਦੀਆਂ ਗੁੱਝੇ ਭੇਜ ਸਿੱਖਦਾ ਤੇ ਉਸੇ ਭੇਦਾਂ ਨੂੰ ਸਿੱਖ ਕੇ ਉਹਦੇ ਵਿੱਚ ਅਗਾਂਹ ਹੋਰ ਬੋਲ ਵੀ ਸਕਦਾ, ਲਿਖ ਵੀ ਸਕਦਾ, ਤੇ ਫਿਰ ਇਸ ਤੋਂ ਇਲਾਵਾ ਹੋਰ ਕਈ ਜ਼ਬਾਨਾਂ ਵਿੱਚ ਇਸੇ ਤਰ੍ਹਾਂ ਪਰਪੱਕ ਹੋ ਸਕਦਾ। ਸੋ ਮਾਂ ਬੋਲੀ ਦੇ ਵਿੱਚ ਗੱਲ ਕਰਨੀ, ਸਿੱਖਣੀ, ਇਹ ਇੰਨੀ ਕੁ ਅਹਿਮ ਹੈ ਕਿ ਜਿਸ ਨੇ ਬੱਚੇ ਦੇ ਦਿਮਾਗ ਦੇ ਵਿਕਾਸ ਦੇ ਵਿੱਚ ਬਹੁਤ ਅਹਿਮ ਰੋਲ ਨਿਭਾਉਣਾ ਹੈ, ਕਿਉਂਕਿ ਉਹ ਮਾਂ ਦੇ ਢਿੱਡ ਅੰਦਰੋਂ ਇਹ ਜ਼ਬਾਨ ਸੁਣ ਕੇ ਆਇਆ ਹੁੰਦਾ। ਉਹਨੂੰ ਪਤਾ ਹੁੰਦਾ ਕਿ ਮੈਂ ਕਿੱਥੇ ਲਗਾਨ ਲੱਗਣੀ ਹੈ, ਕਿੱਥੇ ਲਾਂ, ਕਿੱਥੇ ਦੁਲਾਂ, ਕਿੱਥੇ ਮੈਂ ਇਹਨਾਂ 'ਚ ਸੈਕਸ 'ਚ ਡਿਫਰੈਂਸਿਸ, ਜਾਂ ਇਹ ਸਾਰੀਆਂ ਚੀਜ਼ਾਂ ਦੀ ਉਹਨੂੰ ਹੌਲੀ ਹੌਲੀ ਸਮਝ ਨਿੱਕੇ ਜਿਹੇ ਬਣਦੇ ਦਿਮਾਗ ਵਿੱਚ ਆ ਚੁੱਕੀ ਹੁੰਦੀ ਹੈ, ਜਿੱਥੋਂ ਉਹਨੂੰ ਬੇਸ ਬਣਾ ਕੇ ਉਹ ਹੋਰ ਜ਼ਬਾਨਾਂ ਬਹੁਤ ਖੂਬਸੂਰਤੀ ਨਾਲ ਸਿੱਖ ਸਕਦਾ। ਉਸ 'ਚ ਕ੍ਰਿਟੀਕਲ ਥਿੰਕਿੰਗ ਆ ਸਕਦੀ ਹੈ, ਉਸ 'ਚ ਲਿਟਰੇਰੀ ਸਕਿੱਲਸ ਆ ਸਕਦੇ ਨੇ, ਉਹਦੇ ਵਿੱਚ ਕਮਿਊਨੀਕੇਸ਼ਨ ਜਾਂ ਕਮਰਸ਼ੀਅਲ ਜਿਹੜੇ ਹੁੰਦੇ ਨੇ ਬੈਨੀਫਿਟਸ, ਉਹ ਇਹਨਾਂ ਬੱਚਿਆਂ 'ਚ ਵੱਧ ਦਿਖਦੇ ਨੇ ਜਿਹੜੇ ਮਾਂ ਬੋਲੀ 'ਚ ਪਰਪੱਕ ਹੋਣ। ਇਹਨਾਂ ਦੇ ਫੈਮਿਲੀ ਬੌਂਡਸ ਬਹੁਤ ਤਗੜੇ ਹੁੰਦੇ ਨੇ। ਇਹ ਸਗੋਂ ਆਪਣੀ ਵੱਖਰੀ ਆਈਡੈਂਟਿਟੀ ਕਾਇਮ ਕਰਨ ਵਿੱਚ ਜ਼ਿਆਦਾ ਬਾਕੀਆਂ ਨਾਲੋਂ ਬਿਹਤਰ ਸਾਬਤ ਹੋਏ ਨੇ। ਸੋ ਅਸੀਂ ਸਮਝ ਸਕਦੇ ਹਾਂ ਕਿ ਜਦੋਂ ਦੂਸਰੇ ਕਿਸਮ ਦੀ ਰੇਸ ਨਾਲ ਜਿਹੜੇ ਹੋਰ ਥਾਵਾਂ ਤੇ ਅਸੀਂ ਜਦੋਂ ਆਪਣੇ ਕਨੈਕਸ਼ਨਸ ਜੋੜਨੇ ਹੋਣ, ਆਪਣੇ ਸੰਬੰਧ ਜੋੜਨੇ ਹੋਣ, ਉਹਨਾਂ ਨੂੰ ਸਾਡੇ ਵਿੱਚ ਇੱਕ ਦੁਸ਼ਮਣ ਨਹੀਂ ਦਿਸਣਾ ਚਾਹੀਦਾ ਕਿ ਸਾਡੇ ਨਾਲ ਦੀ ਰੇਸ 'ਚ ਸ਼ਾਮਲ ਹੈ, ਬਲਕਿ ਉਹਨੂੰ ਦਿਸਣਾ ਚਾਹੀਦਾ ਇੱਕ ਵੱਖ ਸ਼ਖਸੀਅਤ ਜਿਹਦਾ ਵੱਖ ਪਿਛੋਕੜ ਹੈ। ਇਹਦੇ ਵਿੱਚ ਝਾਤ ਮਾਰ ਕੇ ਦੇਖੀਏ ਇਹਨਾਂ ਵਿੱਚ ਸਾਡੇ ਤੋਂ ਕੀ ਵੱਖ ਹੈ। ਸੋ ਉਹ ਇੱਕ ਦੋਸਤ ਵਜੋਂ ਜਾਪਦਾ ਜੇ, ਇੱਕ ਖੋਜੀ ਸੁਭਾਅ ਨਾਲ ਬਾਕੀ ਨਾਲ ਜੁੜਦੇ ਨੇ। ਸੋ ਮਾਂ ਬੋਲੀ ਦੇ ਵਿੱਚ ਬਹੁਤ ਅਹਿਮ ਹੈ ਕਿ ਅਸੀਂ ਇਹਨੂੰ ਬੱਚਿਆਂ ਨੂੰ ਜ਼ਰੂਰ ਪਹਿਲੇ 4 ਵਰੇ ਸਿਖਾਈਏ, ਫਿਰ ਜਿੰਨੀਆਂ ਮਰਜ਼ੀ ਜ਼ਬਾਨਾਂ ਆ ਜਾਣ ਉਹ ਸਭ ਸਿੱਖ ਸਕੇਗਾ। ਸੋ ਇਹ ਚੀਜ਼ ਵਿੱਚ ਤਬਦੀਲੀ ਬਹੁਤ ਅਹਿਮ ਹੈ, ਜਿੱਥੇ ਇਸ ਵੇਲੇ ਜੋ ਹੁਣ ਕੋਸ਼ਿਸ਼ ਸ਼ੁਰੂ ਕੀਤੀ ਗਈ ਹੈ, ਪਰ ਇਹਦੇ 'ਚ ਰੋਲ ਹੈ ਮਾਪਿਆਂ ਦਾ, ਜਿਨ੍ਹਾਂ ਨੂੰ ਪਹਿਲਾਂ ਇਹ ਸਪਸ਼ਟ ਕਰਨ ਦੀ ਲੋੜ ਪਏਗੀ ਕਿ ਬੱਚਾ ਪਿਛਾਂਹ ਖਿੱਚੂ ਨਹੀਂ ਬਣੇਗਾ, ਸਗੋਂ ਆਪਣੀ ਜ਼ਬਾਨ ਸਿੱਖ ਕੇ ਬਾਕੀਆਂ ਤੋਂ ਲਾਇਕ ਬਣੇਗਾ। ਸੋ ਉਹਨਾਂ ਨੂੰ ਆਪਣੀ ਜ਼ਬਾਨ ਤੋਂ ਪਰੇ ਨਹੀਂ ਕਰਨਾ ਚਾਹੀਦਾ। ਜੀ ਜੀ ਬਿਲਕੁਲ। ਤਾਂ ਤੁਹਾਡੀ ਗੱਲ ਮੈਮ ਬਿਲਕੁਲ ਸਹੀ ਹੈ ਕਿ ਪੰਜਾਬੀ ਜ਼ੁਬਾਨ ਦੇ ਵਿੱਚ ਜੋ ਬੱਚਾ ਸਿੱਖ ਸਕਦਾ ਤੇ ਉਸ ਦੇ ਨਾਲ ਹੀ ਬਾਕੀ ਜਿਹੜੀਆਂ ਜ਼ੁਬਾਨਾਂ ਨੇ ਜਿੰਨਾਂ ਉਸ ਦੇ ਬਾਰੇ ਜਾਣਕਾਰੀ ਉਹ ਲੈ ਸਕਦਾ, ਉਹ ਕਿਸੇ ਹੋਰ ਭਾਸ਼ਾ ਦੇ ਵਿੱਚ ਬੱਚਾ ਨਹੀਂ ਸਿੱਖ ਸਕਦਾ। ਕਿਉਂਕਿ ਅਸੀਂ ਅੱਜ ਦੇ ਸਮੇਂ ਦੇ ਵਿੱਚ ਇਹੀ ਚਾਹੁੰਦੇ ਹਾਂ ਕਿ ਸਾਡੇ ਬੱਚੇ ਸਿਰਫ ਤੇ ਸਿਰਫ ਅੰਗਰੇਜ਼ੀ ਬੋਲਣ ਜਾਂ ਫਿਰ ਉਹ ਕੋਈ ਉਹ ਭਾਸ਼ਾ ਬੋਲਣ ਜਿਸ ਦੇ ਨਾਲ ਉਹ ਬਾਹਰ ਜਾ ਸਕਣ, ਕਿਉਂਕਿ ਬਾਹਰ ਜਾਣ ਦੀ ਹੋੜ ਲਗਾਤਾਰ ਵੱਧ ਰਹੀ ਹੈ। ਛੋਟੇ ਬੱਚਿਆਂ ਦੇ ਮਨਾਂ ਦੇ ਵਿੱਚ ਵੀ ਅਸੀਂ ਇਸ ਚੀਜ਼ ਨੂੰ ਪਾ ਦਿੱਤਾ ਹੈ ਕਿ ਤੁਸੀਂ ਕੁਝ ਨਹੀਂ ਕਰਨਾ, 10ਵੀਂ 12ਵੀਂ ਕਰਨੀ ਹੈ ਤੇ ਬਾਹਰ ਚਲੇ ਜਾਣਾ। ਪਰ ਮੈਮ ਜਿੱਥੇ ਹੁਣ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਬੱਚੇ ਦਾ ਹੁਨਰ ਪਛਾਣੋ ਤੇ ਹੁਨਰ ਪਛਾਣ ਕੇ ਹੀ ਉਸ ਨੂੰ ਫੀਲਡ ਚੂਜ਼ ਕਰਵਾਓ, ਜਿਸ ਦੇ ਵਿੱਚ ਉਹਨਾਂ ਨੇ ਕਈ ਭਾਸ਼ਾਵਾਂ ਦੀ ਵੀ ਗੱਲ ਕੀਤੀ ਆ। ਨਾਲ ਨਾਲ ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਸਾਇੰਸ ਨੂੰ ਲੈ ਕੇ, ਗਣਿਤ ਨੂੰ ਲੈ ਕੇ ਜਾਂ ਹੋਰ ਜਿੰਨੇ ਵੀ ਫੀਲਡਸ ਨੇ, ਭਾਵੇਂ ਤੈਰਾਕੀ ਦਾ ਫੀਲਡ ਹੋਵੇ ਜਾਂ ਜੋ ਵੀ ਚੀਜ਼ਾਂ ਨੇ, ਕਿ ਬੱਚੇ ਨੂੰ ਵੱਡੇ ਹੋ ਕੇ ਹੁੰਦਾ ਵੀ ਅੱਛਾ ਇਹ ਚੀਜ਼ ਵੀ ਸੀ, ਇਹ ਵੀ ਅਸੀਂ ਕਰ ਸਕਦੇ ਸੀਗੇ, ਮੇਰਾ ਤਾਂ ਧਿਆਨ ਉਹਦੇ ਵਿੱਚ ਸੀ ਪਰ ਮੈਂ ਤਾਂ ਆਹ ਬਣ ਗਿਆ। ਮਤਲਬ ਕਿ ਇਹ ਸਾਰੀਆਂ ਚੀਜ਼ਾਂ ਦੀ ਸ਼ੁਰੂਆਤ ਹੁਣ ਪੰਜਾਬ ਸਰਕਾਰ ਨੇ ਇੱਕ ਵਾਰ ਕੀਤੀ ਆ। ਤਾਂ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਪੰਜਾਬੀ ਸਕੂਲਾਂ ਦਾ ਮਿਆਰ ਕਿੱਥੇ ਆ, ਕਿਵੇਂ ਉਹਨਾਂ ਨੂੰ ਚੁੱਕਿਆ ਜਾਵੇਗਾ, ਕਿਹੜੇ ਉਹ ਢੰਗ ਹੋਣਗੇ, ਅਧਿਆਪਕਾਂ ਦੇ ਨਾਲ ਮੇਲ ਮਿਲਾਪ ਕਿੱਦਾਂ ਦਾ ਹੋਵੇਗਾ, ਕਿਉਂਕਿ ਬਹੁਤ ਘਾਟ ਹੈ ਅਧਿਆਪਕਾਂ ਦੀ ਸਰਕਾਰੀ ਸਕੂਲਾਂ ਦੇ ਵਿੱਚ। ਤਾਂ ਜਦੋਂ ਅਸੀਂ ਅਜਿਹੀਆਂ ਸਿੱਖਿਆਵਾਂ ਐਡਵਾਂਸ ਦੇ ਵਿੱਚ ਉਹ ਸਾਰਾ ਕੁਝ ਬੱਚਿਆਂ ਨੂੰ ਦੇਣਾ, ਤਾਂ ਉਹਦੇ ਲਈ ਸਾਨੂੰ ਐਡਵਾਂਸ ਅਧਿਆਪਕਾਂ ਦੀ ਵੀ ਬੇਹੱਦ ਜ਼ਰੂਰਤ ਪਏਗੀ। ਤਾਂ ਪੰਜਾਬ ਸਰਕਾਰ ਤਾਂ ਪਹਿਲਾਂ ਹੀ ਅਧਿਆਪਕਾਂ ਦੀ ਭਰਤੀ ਬਹੁਤ ਘੱਟ ਕਰ ਰਹੀ ਹੈ, ਤਾਂ ਅਜਿਹੇ ਅਧਿਆਪਕ ਲੱਭਣੇ
ਔਖੇ ਤਾਂ ਨਹੀਂ ਹੈਗੇ ਪਰ ਇੰਨੇ ਸੌਖੇ ਵੀ ਨਹੀਂ ਹੋਗੇ, ਕਿਉਂਕਿ ਸਰਕਾਰ ਸਰਕਾਰੀ ਨੌਕਰੀਆਂ ਨਹੀਂ ਦੇਗੀ ਤੇ ਸਾਰੇ ਸਰਕਾਰੀ ਨੌਕਰੀਆਂ ਹੀ ਮੰਗਦੇ ਨੇ। ਤੇ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜੀ ਪ੍ਰਕਿਰਿਆ ਸ਼ੁਰੂ ਕੀਤੀ ਹੈ, ਇਸ ਦਾ ਆਗਾਜ਼ ਕੀਤਾ, ਕਿ ਇਹ ਸਫਲਤਾਪੂਰਵਕ ਚੱਲ ਪਵੇਗੀ ਜਾਂ ਫਿਰ ਪੰਜਾਬ ਸਰਕਾਰ ਨੂੰ ਬਹੁਤ ਸਾਰੀਆਂ ਅੜਚਣਾਂ ਦਾ ਸਾਹਮਣਾ ਕਰਨਾ ਪਵੇਗਾ? ਬਿਲਕੁਲ ਨਵਦੀਪ ਜੀ, ਮੈਂ ਸਹਿਮਤ ਹਾਂ ਕਿ ਸੁਪਨੇ ਵੇਖਣੇ ਮਾੜੇ ਨਹੀਂ ਹੁੰਦੇ, ਪਰ ਬਹੁਤ ਮਾੜਾ ਹੁੰਦਾ ਜੇ ਕਿਸੇ ਬੱਚੇ ਨੂੰ ਸੁਪਨਾ ਵਿਖਾ ਕੇ ਉਹਦੇ ਤੋਂ ਖੋਹ ਲੈਣਾ। ਸਾਡੇ ਕੋਲ ਉਸ ਪੱਧਰ ਦੇ, ਉਸ ਮਿਆਰ ਦੇ, ਮੈਂ ਕਿਸੇ ਅਧਿਆਪਕ ਨੂੰ ਨੀਵਾਂ ਬਿਲਕੁਲ ਨਹੀਂ ਦਿਖਾ ਸਕਦੀ, ਕਿਉਂਕਿ ਸਾਡੀ ਬੁਨਿਆਦ ਉਹਨਾਂ ਸਦਕਾ ਹੀ ਸ਼ੁਰੂ ਹੋਈ ਜੇ। ਪਰ ਕੀ ਅਸੀਂ ਅਧਿਆਪਕਾਂ ਨੂੰ ਉਹਨਾਂ ਦਾ ਬਣਦਾ, ਜੋ ਉਹ ਜਿਸ ਤਰੀਕੇ ਦੀ ਮਿਹਨਤ ਕਰ ਰਹੇ ਨੇ, ਜਿਸ ਤਰੀਕੇ ਆਉਣ ਵਾਲਾ ਸਮਾਜ ਸਿਰਜ ਰਹੇ ਨੇ, ਕੀ ਅਸੀਂ ਉਹਨਾਂ ਨੂੰ ਉਹਨਾਂ ਦੀ ਬਣਦੀ ਇੱਜ਼ਤ ਦੇ ਸਕੇ? ਕਿ ਅਸੀਂ ਉਹਨਾਂ ਨੂੰ 5000 ਰੁਪਏ ਇੱਕ ਬੁਰਕੀ ਵਾਂਗ ਸੁੱਟ ਕੇ, ਉਹ ਵੀ 4-4 ਮਹੀਨੇ ਤਨਖਾਹਾਂ ਨਾ ਦੇ ਕੇ, ਜਾਂ ਸੜਕਾਂ ਉੱਤੇ ਰੋਲਣ ਲਈ ਛੱਡ ਕੇ, ਇੱਕ ਅਮੀਰ ਪਿਓ ਦਾ ਪੁੱਤਰ ਜੋ ਇਸ ਤਰੀਕੇ ਦੀ ਦੇਖੇਗਾ ਆਪਣੀ ਅਧਿਆਪਕਾਂ ਦੀ ਦੁਰਦਸ਼ਾ, ਮੈਨੂੰ ਦੱਸ ਦਿਓ ਕਿਸ ਤਰੀਕੇ ਉਹ ਆਪਣੇ ਅਧਿਆਪਕਾਂ ਦੀ ਇੱਜ਼ਤ ਕਰ ਸਕੇਗਾ? ਉਹ ਸਮਝੇਗਾ ਕਿ ਮੇਰੇ ਪਿਓ ਦੀ ਲੱਤ ਥੱਲੇ ਨੇ ਤੇ ਇਹ ਇਸੇ ਤਰ੍ਹਾਂ ਦੁਰਕਾਰੇ ਜਾਣੇ ਚਾਹੀਦੇ ਨੇ, ਤਾਂ ਅਧਿਆਪਕ ਵੀ ਕਿਸ ਤਰੀਕੇ ਆਪਣੇ ਮਨ ਅੰਦਰ ਦਾ ਰਿਸਦਾ ਜ਼ਖਮ ਲੁਕਾ ਕੇ ਬੱਚਿਆਂ ਦੀ ਅਗਾਂਹ ਵਧੂ ਇਸ ਤਰੀਕੇ ਦੇ ਹੁਨਰ ਲੱਭਣ ਵੱਲ ਸਮਾਂ ਬਿਤਾਉਣਗੇ। ਸੋ ਬਹੁਤ ਅਹਿਮ ਹੁੰਦਾ ਜੇ ਰੱਬ ਦਾ ਰੂਪ ਅਸੀਂ ਮਾਪਿਆਂ ਨੂੰ ਕਹਿੰਦੇ ਹਾਂ, ਤਾਂ ਦੂਜਾ ਰੱਬ ਅਧਿਆਪਕ ਹੀ ਹੁੰਦਾ ਜਿਸਨੇ ਆਉਣ ਵਾਲਾ ਸਮਾਜ ਸਿਰਜਣਾ ਹੁੰਦਾ। ਜਿਸ ਤਰੀਕੇ ਦੀ ਦੁਰਦਸ਼ਾ ਅਸੀਂ ਕਰ ਰਹੇ ਹਾਂ ਸਾਡੇ ਸਰਕਾਰੀ ਪੱਧਰ ਤੇ, ਜਿਸ ਤਰੀਕੇ ਦੁਰਕਾਰੇ ਜਾ ਰਹੇ ਨੇ, ਮੈਨੂੰ ਬਹੁਤ ਘੱਟ ਉਮੀਦ ਹੈ ਕਿ ਅਸੀਂ ਬੱਚਿਆਂ ਵਿੱਚ ਇਹੋ ਜਿਹੀਆਂ ਤਬਦੀਲੀਆਂ ਦੇਖ ਸਕਾਂਗੇ। ਸੁਪਨਾ ਜ਼ਰੂਰ ਲਿਆ ਗਿਆ ਹੈ, ਪਰ ਇਹ ਸੁਪਨਾ ਪੂਰ ਚੜਾਉਣ ਲਈ ਜਿਸ ਤਰੀਕੇ ਦੀ ਸਰਕਾਰੀ ਜੋ ਹੁੰਦੀ ਜੇ, ਯਾਨੀ ਜਜ਼ਬਾ ਜੋ ਉਹਦੇ ਵਿੱਚ ਤਬਦੀਲੀ ਦਾ, ਖਿਮਾ ਕਰਿਓ, ਉਹ ਜਜ਼ਬਾ ਅਜੇ ਦਿਸ ਨਹੀਂ ਰਿਹਾ। ਸਰਕਾਰੀ ਤੰਤਰ ਅਜੇ ਉਸ ਪੱਧਰ ਦਾ ਹਿੱਲਿਆ ਨਹੀਂ, ਉਹਨਾਂ ਦੀਆਂ ਚੂਲਾਂ ਅਜੇ ਵੀ ਚੂੰ ਚੂੰ ਕਰਦੀਆਂ ਜੇ। ਤੇ ਜਿਹੜੇ ਸਾਡੇ ਸਰਕਾਰੀ ਬਾਬੂ ਜਿਹੜੇ ਅਸੀਂ ਲਾ ਦਿੱਤੇ ਨੇ, ਜਿਨ੍ਹਾਂ ਨੂੰ ਏਸੀ ਕਮਰਿਆਂ ਤੋਂ ਬਾਹਰ ਨਿਕਲਦਿਆਂ ਵੀ ਝਿਜਕ ਜੇ, ਜਿਹੜੇ ਆਮ ਲੋਕਾਂ 'ਚ, ਆਮ ਪਬਲਿਕ ਵਿੱਚ ਉਹਨਾਂ ਦੀ ਤਕਲੀਫ ਸੁਣਨ ਲਈ ਬੈਠਦੇ ਹੀ ਨਹੀਂ, ਬਹੁਤ ਘੱਟ ਨੇ ਜਿਨ੍ਹਾਂ ਨੇ ਆਪਣਾ ਪਿਛਲਾ ਛਾਪ ਛੱਡੀ ਕਿ ਹਾਂ ਇਸ ਤਰ੍ਹਾਂ ਦੇ ਵੀ ਅਫਸਰ ਹੋਇਆ ਕਰਦੇ ਨੇ। ਬਾਕੀ ਤਾਂ ਖਿਮਾ ਕਰਿਓ ਸਿਰਫ ਆਪਣਾ ਕੰਮ ਟਪਾਉਂਦੇ ਨੇ ਕਿ ਨਾ ਵੇਲੇ ਸਿਰ ਪਹੁੰਚਣਾ, ਨਾ ਵੇਲੇ ਸਿਰ ਉੱਥੇ ਬਹਿਣਾ, ਤੇ ਫਿਰ ਲੋਕਾਂ ਨੂੰ ਬੁਲਾ ਕੇ ਅੰਦਰ ਆਪਣੇ ਮੋਬਾਈਲਾਂ ਤੇ ਗੱਪਾਂ ਮਾਰਦੇ ਰਹਿਣਾ, ਜਾਂ ਆਪਣਾ ਖਾਣ ਪੀਣ ਚਲਾਈ ਰੱਖਣਾ, ਘੰਟਿਆਂ ਬੱਧੀ ਆਮ ਪਬਲਿਕ ਬੈਠੀ ਰਹਿਣੀ, ਉਹ ਮੁਸ਼ਕਿਲਾਂ ਨਾ ਸੁਣਨੀਆਂ, ਤੇ ਫਿਰ ਵਿੱਚੋਂ ਬਹਾਨੇ ਲਾ ਕੇ ਉੱਠ ਜਾਣਾ, ਜਾਂ ਫਿਰ ਸ਼ਾਮ ਨੂੰ ਆਪਣੇ ਗੇਮਾਂ ਖੇਡਣ ਤੁਰ ਜਾਣਾ। ਇਹ ਅਯਾਸ਼ੀ ਦੀ ਜ਼ਿੰਦਗੀ ਦੇ ਵਿੱਚ ਜਦ ਤੱਕ ਸਾਡੀ ਸਰਕਾਰ ਦੇ ਵਿੱਚ ਆਪਣੀ ਤਬਦੀਲੀ ਨਹੀਂ ਆਉਂਦੀ, ਕਿ ਜਿੰਨੇ ਮਿਸਾਲ ਵਜੋਂ ਇੱਕ ਨਿੱਕਾ ਜਿਹਾ ਐਗਜ਼ਾਮਪਲ ਹੀ ਦਿੰਨੀ ਆ ਕਿ ਸਾਡੇ ਸਭ ਨੂੰ ਪਤਾ ਜੇ ਕਿ ਕਿਸ ਤਰੀਕੇ ਘਰ ਢਾਏ ਗਏ ਨੇ, ਕਿਸ ਤਰੀਕੇ ਉਹਨਾਂ ਨੂੰ ਬੇਘਰ ਕਰਕੇ ਬਾਹਰ ਸੁੱਟ ਦਿੱਤਾ ਗਿਆ ਜੇ। ਸੋ ਉੱਥੇ ਉਸੇ ਹੀ ਜਲੰਧਰ ਦੇ ਵਿੱਚ ਜੇ ਨੇੜੇ ਤੇੜੇ ਦੇਖੋਗੇ 2000 ਕਰੋੜ ਦੀ ਪ੍ਰਾਪਰਟੀ ਦਾ ਸਿਰਫ ਘਰ ਜੇ ਸਾਡੇ ਉੱਥੋਂ ਦੇ DC ਤੇ ਕਮਿਸ਼ਨਰ ਦੇ। ਕੀ ਅਸੀਂ ਇਹੋ ਜਿਹੀ ਸੋਚ ਦੇਣਾ ਚਾਹੁੰਦੇ ਹਾਂ ਬੱਚਿਆਂ ਨੂੰ ਕਿ ਭਾਈ ਸਿਰਫ ਤੁਸੀਂ ਅਫਸਰ ਬਣੋ ਤੇ ਤੁਹਾਨੂੰ ਪੂਰੇ ਹੱਕ ਮਿਲ ਜਾਂਦੇ ਨੇ ਜ਼ੁਲਮ ਢਾਉਣ ਦੇ? ਕਿਉਂ ਅਸੀਂ ਇਹ ਚੀਜ਼ਾਂ ਵਿੱਚ ਤਬਦੀਲੀ ਨਹੀਂ ਲਿਆ ਸਕ ਰਹੇ? ਕਿਉਂਕਿ ਸਾਡੇ ਬੱਚੇ ਕਾਲੇ ਨੇ ਬਾਹਰ ਜਾ ਕੇ ਬਾਹਰਲੇ ਮੁਲਕਾਂ ਵਿੱਚ ਮਜ਼ਦੂਰ ਬਣਨ ਲਈ, ਅਫਸਰ ਬਣ ਕੇ ਜਾਣਾ ਨਹੀਂ ਸਿੱਖ ਰਹੇ ਕਿ ਇੱਥੇ ਹੀ ਪੰਜਾਬ ਅੰਦਰ IAS IPS ਇਹ ਬਣਨ, ਤੇ ਇੱਥੇ ਹੀ ਜੱਜ ਬਣਨ, ਇੱਥੇ ਹੀ ਵਕੀਲ ਬਣਨ, ਇੱਥੇ ਹੀ ਡਾਕਟਰ ਬਣਨ। ਸਾਡੇ ਤੇ ਡਾਕਟਰਾਂ ਵਿੱਚ ਵੀ ਬਹੁਤ ਭਾਰੀ ਗਿਣਤੀ ਹਰਿਆਣੇ ਤੋਂ ਆ ਕੇ ਇੱਥੇ ਸਿੱਖਿਆ ਪ੍ਰਾਪਤ ਕਰ ਰਹੇ ਨੇ ਕਿਉਂਕਿ ਸੀਟਾਂ ਖਾਲੀ ਨੇ। ਸਾਡੇ ਬੱਚੇ 12ਵੀਂ ਕਰਕੇ ਬਾਹਰ ਮਜ਼ਦੂਰੀ ਕਰਨ ਲਈ ਕਾਹਲੇ ਹੋਏ ਪਏ ਨੇ। ਇਹੋ ਕੁਛ ਮੰਗਦੇ ਨੇ ਬਾਹਰਲੇ ਮੁਲਕ ਕਿ ਵੱਡੀ ਮਾਤਰਾ ਵਿੱਚ ਸਾਡੇ ਕੋਲ ਮਜ਼ਦੂਰ ਆਉਣ। ਝਾਤ ਮਾਰਿਓ ਕਦੇ ਦੁਬਈ ਵਰਗੇ ਮੁਲਕ ਵਿੱਚ ਵੀ, ਜਿੱਥੇ ਉਹਨਾਂ ਦੀ 80% ਪਾਪੂਲੇਸ਼ਨ ਜੋ ਕੰਮਕਾਰਾਂ ਵਿੱਚ ਮਜ਼ਦੂਰੀ ਕਰਨ ਲਈ ਗਈ ਹੋਈ ਹੈ, ਉਹ ਬਹੁਤੀ ਹਿੰਦੁਸਤਾਨ ਤੇ ਪਾਕਿਸਤਾਨ ਦੇ ਨੇ। ਤੁਸੀਂ ਸੋਚ ਲਓ 80%। ਇਹਦਾ ਮਤਲਬ ਹੈ ਕਿ ਜੇ ਉੱਥੋਂ ਨਿਕਲ ਜਾਣ ਤਾਂ ਉਹ ਠੱਪ ਹੋ ਕੇ ਮੁਲਕ ਰਹਿ ਜਾਏਗਾ, ਉਹਦੇ ਚ ਕੱਖ ਵੀ ਨਹੀਂ ਰਹਿਣਾ, ਕਿਉਂਕਿ ਉੱਥੇ ਪੂਰਨ ਰੂਪ ਵਿੱਚ ਮਜ਼ਦੂਰੀ ਕਰਦੇ ਸਿਰਫ ਭਾਰਤੀ ਤੇ ਪਾਕਿਸਤਾਨੀ ਹੀ ਦਿਖਦੇ ਨੇ। ਇਹਦਾ ਮਤਲਬ ਹੈ ਕਿ ਸਾਡੀ
ਵਿਦਿਆ ਦੇ ਵਿੱਚ ਬਹੁਤ ਕਮੀ ਹੈ। ਅਸੀਂ ਉਹਨਾਂ ਨੂੰ ਇਹ ਪਾਸਾ ਦਿਖਾ ਹੀ ਨਹੀਂ ਸਕੇ। ਸਿਰਫ ਇੱਕੋ ਹੀ ਰਾਹ ਦਿਖਾ ਸਕੇ ਕਿ ਇੱਜ਼ਤ ਬੰਦੇ ਦੀ ਸਿਰਫ ਪੈਸੇ ਦੇ ਆਧਾਰ ਦੇ ਉੱਤੇ ਹੁੰਦੀ ਜੇ, ਉਹਦੇ ਪਾਏ ਕੱਪੜਿਆਂ ਦੇ ਆਧਾਰ ਉੱਤੇ ਹੁੰਦੀ ਜੇ, ਉਹਦੇ ਰੁਤਬੇ ਦੇ ਉੱਤੇ ਹੁੰਦੀ ਜੇ, ਜੋ ਕਿ ਸਾਡੇ ਸਮਾਜ ਵਿੱਚ, ਖਿਮਾ ਕਰਿਓ, ਧਾਰਮਿਕ ਮੰਨਦੇ ਹੋਏ ਜਿਸ ਹਰ ਧਰਮ ਵਿੱਚ ਬਰਾਬਰੀ ਦੀ ਗੱਲ ਕੀਤੀ ਗਈ ਹੋਵੇ, ਉੱਥੇ ਅਸੀਂ ਇਹ ਊਚ ਨੀਚ ਜਿਸ ਤਰੀਕੇ ਡੂੰਗੀ ਵਾੜ ਦਿੱਤੀ ਹੈ, ਜਿੱਥੇ ਕੂੜ ਸਮਝਿਆ ਜਾਣ ਵਾਲਾ ਪੈਸਾ ਤੇ ਰੁਤਬਾ ਤੇ ਅਹੁਦਾ, ਉਹਨੂੰ ਅਸੀਂ ਪ੍ਰਧਾਨ ਬਣਾ ਕੇ ਰੱਖਿਆ ਹੋਵੇ, ਤਾਂ ਕਿਸ ਤਰੀਕੇ ਦੀ ਤਬਦੀਲੀ ਭਾਲਦੇ ਹਾਂ? ਪਹਿਲਾਂ ਮਨ ਸਾਫ਼ ਕਰਨੇ ਪੈਣਗੇ। ਪਹਿਲਾਂ ਆਪ ਸਿਆਸਤਦਾਨ ਸਾਹਮਣੇ ਆਉਣ ਕਿ ਸਾਡੇ ਇੱਥੇ ਬਿਲਕੁਲ ਭ੍ਰਿਸ਼ਟਾਚਾਰ ਨਹੀਂ ਹੈ। ਇਹ ਸਰਕਾਰੀ ਬਾਬੂਆਂ ਦੇ ਝਾਤ ਮਾਰਨ ਘਰਾਂ ਵਿੱਚ ਦੇ 2-2 ਹਜ਼ਾਰ ਕਰੋੜ ਦੀ ਜਿਨ੍ਹਾਂ ਦੀ ਸਾਹਮਣੇ ਆ ਰਹੀ ਹੈ ਇਸ ਵੇਲੇ, ਕਿ ਉਹਨਾਂ ਨੇ ਕਿਸ ਤਰੀਕੇ ਪੰਜਾਬ ਨੂੰ ਲੁੱਟਿਆ, ਨਿਚੋੜਿਆ। ਇਹ ਸਾਰਾ ਕੁਝ ਜੇ ਇੱਕ ਇੱਕ ਜਣੇ ਵਿੱਚੋਂ ਨਿਕਲ ਕੇ ਜਿੰਨਾ ਪੈਸਾ ਆ ਰਿਹਾ ਜੇ ਨਾ, ਸਾਡੇ ਸਾਰੇ ਪੰਜਾਬ ਦੇ ਬੱਚੇ 1 ਸਾਲ ਲਈ ਮੁਫਤ ਪੜ੍ਹ ਸਕਦੇ ਨੇ। ਇੰਨਾ ਤਾਂ ਸਾਨੂੰ ਸਰਕਾਰੀ ਬਾਬੂਆਂ ਨੇ ਨਿਚੋੜ ਛੱਡਿਆ। ਸੋ ਅਸੀਂ ਬਹੁਤ ਕੁਝ ਕਰਨ ਦੀ ਲੋੜ ਹੈ। ਐਜੂਕੇਸ਼ਨ ਸਿਸਟਮ ਜੇ ਸਹੀ ਕਰਨਾ ਤਾਂ ਇਹ ਸਾਰੀਆਂ ਚੀਜ਼ਾਂ ਧਿਆਨ ਵਿੱਚ ਰੱਖਣੀਆਂ ਪੈਣੀਆਂ ਨੇ। ਤੇ ਸਾਰੇ ਦੁਨੀਆ ਵਿੱਚ ਪੜ੍ਹਾਈ, ਮਿਆਰੀ ਪੜ੍ਹਾਈ, ਜੋ ਕਿ ਵਿਸ਼ਵ ਪੱਧਰੀ ਮਿਆਰੀ ਪੜ੍ਹਾਈ ਬਿਲਕੁਲ ਮੁਫਤ ਹੁੰਦੀ ਜੇ, ਉਹ ਕੁਝ ਸਾਡੇ ਵੀ ਲਾਗੂ ਹੋਣਾ ਚਾਹੀਦਾ ਕਿ ਜਿੱਥੇ ਸਰਕਾਰੀ ਸਕੂਲਾਂ ਵਿੱਚ ਸਾਡੇ ਉਹ ਚੀਜ਼ਾਂ ਮੁਹੱਈਆ ਨਹੀਂ, ਤੇ ਪ੍ਰਾਈਵੇਟ ਸਕੂਲ ਜਿਨ੍ਹਾਂ ਨੂੰ ਚਲਾਉਣ ਵਾਲਿਆਂ ਵਿੱਚ ਬਹੁਤਿਆਂ ਦੇ ਵਿੱਚ ਇਹੀ ਸਿਆਸਤਦਾਨਾਂ ਦਾ ਹੱਥ ਜੇ, ਸੋ ਜੇ ਉਹਨਾਂ ਨੂੰ ਉਹ ਪ੍ਰਮੋਟ ਕਰੀ ਜਾਣਗੇ ਤਾਂ ਤੁਸੀਂ ਸਮਝ ਸਕਦੇ ਹੋ ਕਿ ਸਰਕਾਰੀ ਸਕੂਲ ਉਨੇ ਮਿਆਰ ਤੱਕ ਪਹੁੰਚ ਨਹੀਂ ਸਕਣੇ। ਸੋ ਇਹ ਸਾਰਾ ਬਰਾਬਰੀ ਸਾਨੂੰ ਉਸ ਪੱਧਰ ਤੇ ਕਰਨ ਦੀ ਲੋੜ ਹੈ ਕਿ ਇੱਕ ਗਰੀਬ ਤੇ ਇੱਕ ਅਮੀਰ ਜਾਂ ਰੱਜਿਆ ਪੁੱਜਿਆ ਜਦੋਂ ਇੱਕੋ ਸਕੂਲ ਦੀ ਇੱਕੋ ਸੀਟ ਤੇ ਬੈਠ ਕੇ ਪੜ੍ਹਨਗੇ ਤਾਂ ਇਹ ਊਚ ਨੀਚ ਸਾਡੇ ਮਨਾਂ ਵਿੱਚੋਂ ਨਿਕਲੇਗੀ। ਇਹ ਨੌਕਰ ਮਾਲਕ ਦਾ ਰਿਸ਼ਤਾ ਵੀ ਨਿਕਲ ਜਾਏਗਾ। ਉਹ ਬਰਾਬਰੀ ਜਦ ਤੱਕ ਨਹੀਂ ਸਕੂਲਾਂ ਵਿੱਚ ਦਿਸਦੀ, ਖਿਮਾ ਕਰਿਓ, ਇਹ ਸੁਪਨੇ ਹੀ ਰਹਿ ਜਾਣੇ ਨੇ। ਕਿਉਂਕਿ ਹੁਨਰਮੰਦ ਬੱਚਾ ਜੇ ਗਰੀਬ ਘਰ ਚੋਂ ਮਜ਼ਾਕ ਦਾ ਪਾਤਰ ਹੀ ਬਣੇਗਾ, ਰੱਜੇ ਪੁੱਜਿਆਂ ਨੇ ਉਹਨੂੰ ਅਗਾਂਹ ਵਧਣ ਨਹੀਂ ਦੇਣਾ। ਜੀ, ਤੇ ਮੈਮ ਸਮਾਂ ਸਾਡੇ ਕੋਲ ਬਿਲਕੁਲ ਵੀ ਨਹੀਂ ਰਿਹਾ। ਜਾਂਦੇ ਜਾਂਦੇ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਜੀ ਬਿਲਕੁਲ, ਮੈਂ ਸੁਣਿਆ ਆਖਰੀ ਇੱਕ ਸਿਰਫ ਇੰਨਾ ਕਿ ਜੇ ਸਰਦੀਆਂ ਵਿੱਚ ਵਾਲ ਝੜ ਰਹੇ ਨੇ ਤਾਂ ਇੱਕ ਨੁਕਤਾ ਸਿਰਫ ਦੱਸ ਦਿੰਨੀ ਆ। ਤਾਜ਼ਾ ਪਿਆਜ਼ ਕੱਦੂਕਸ ਕਰ ਲਵੋ, ਉਹਦੇ ਵਿੱਚ ਤੁਸੀਂ ਵਰਜਨ ਕੋਕੋਨਟ ਆਇਲ ਮਿਕਸ ਕਰੋ ਤੇ ਨਾਲ ਨਿੰਬੂ ਦੀਆਂ ਕੁਝ ਕੁ ਬੂੰਦਾਂ ਵਿੱਚ ਨਿਚੋੜ ਕੇ ਇਹਨੂੰ ਲਗਾ ਲਵੋ। ਘੰਟਾ ਕੁ ਲਗਾ ਕੇ ਉਸ ਤੋਂ ਬਾਅਦ ਸਿਰ ਧੋ ਲਵੋ ਤਾਂ ਸਰਦੀਆਂ ਵਿੱਚ ਵਾਲ ਝੜਨੇ ਤੁਹਾਡੇ ਜ਼ਰੂਰ ਹੌਲੀ ਹੌਲੀ ਰੁਕ ਜਾਣਗੇ। ਸੋ ਅਜ਼ਮਾਓ। ਪਰ ਸਾਡੀ ਅੱਜ ਦੀ ਜੋ ਗੱਲਬਾਤ ਸੀ ਬਹੁਤ ਡੂੰਘੀ ਸੀ। ਚਾਹੁੰਦੇ ਹਾਂ ਕਿ ਤੁਹਾਡੇ ਵੱਲੋਂ ਜੇ ਕੁਝ ਸੁਨੇਹੇ ਆਉਣ, ਅਸੀਂ ਅਗਲੇ ਪ੍ਰੋਗਰਾਮ ਵਿੱਚ ਜ਼ਰੂਰ ਸ਼ਾਮਲ ਕਰਾਂਗੇ। ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਮੈਮ। ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦਾ ਜਵਾਬ ਦਿੱਤਾ। ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਸਾਡੇ ਇਸ ਪ੍ਰੋਗਰਾਮ ਨੂੰ ਦੇਖਦੇ ਹੋ। ਬਹੁਤ ਸਾਰੇ ਸੁਨੇਹੇ ਨੇ ਜਿਹੜੇ ਫੇਸਬੁੱਕ ਤੇ YouTube ਦੇ ਜ਼ਰੀਏ ਤੁਹਾਡੇ ਆਉਂਦੇ ਨੇ। ਕੋਸ਼ਿਸ਼ ਕਰਦੇ ਹੁੰਦੇ ਆ ਕਿ ਉਹਨਾਂ ਤੇ ਵੀ ਗੱਲਬਾਤ ਜਿਹੜੀ ਉਹ ਜ਼ਰੂਰ ਕੀਤੀ ਜਾਵੇ ਤੇ ਉਹਨਾਂ ਹੀ ਟੌਪਿਕਸ ਨੂੰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਤਾਂ ਕਿ ਤੁਹਾਨੂੰ ਹੋਰ ਜ਼ਿਆਦਾ ਜਾਣਕਾਰੀ ਹੈ ਜਿਹੜੀ ਉਹ ਦੇ ਸਕੀਏ। ਸੋ ਅੱਜ ਦਾ ਇਸ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਇਹ ਵੀ ਤੁਸੀਂ ਸਾਨੂੰ ਜ਼ਰੂਰ ਦੱਸਣਾ ਜੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਣਾ ਹੀ ਮਿਲਾਂਗੇ ਆਪਾਂ ਅਗਲੇ ਹਫਤੇ ਫਿਰ ਤੋਂ ਸਾਡੇ ਖਾਸ ਪ੍ਰੋਗਰਾਮ ਕਿਚ ਸੁਣੀਏ ਕਿਚ ਕਹੀਏ ਦੇ ਵਿੱਚ। ਤਦ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।